दास पद बंद रामदास अर्जन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान मानक भगत वैराग श्री गुरु ग्रंथ साहिब बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पारता एकांकार सतगुरु ते प्रसाद सच होए। वाहेगुरु जी की फतेह है विघ्न विनाशन सोए। सज्जन सचा पातशाह सिर शांद जिस पास बैठा सोई सबना वेसा जिस पास बैठा सोई सबना वेसा श्री प्रभ आए सुमोहि दई पुर मैं संबंध करो तह डोरा सैन तेले हो बिचाए तहाँ पुन आप चलो जैठा कर मेरा। वाहेगुरु जी का खालसा वाहेगुरु जी की फतेह। पतत पावन किरपा निधान भगत वत्सल चवर तख्त संघासन दे मालक सतगुरु गुरु ग्रंथ साहिब महाराज जियां दी पवित्र पावन हजूरी दा आनंद प्राप्त कर रही गुरु की संगत धन गुरु गोबिंद सिंह महाराज साहब जियां दे जीवन दी कथा जो आपां लड़ीवार सरवण करते आ रहे हाँ उस दे विच बचन सरवण कीता है। सतगुरु साहब जी आनंदपुर साहब तो चल के सरसा के किनारे आके पहुँचे। महाराज साहब जी का परिवार इत्थे 3 हिस्सियां विच वंडिया जा रहा है। छोटे साहिबजादे बाबा जोरावर सिंह बाबा फतेह सिंह माता गुजरी जियां दे नाल इन्हां ने सरसा नूं पार करना है। वड्डे साहिबजादे महाराज जियां दे नाल ने सतगुरां दे महल माता सुंदर कौर माता साहिब कौर दी पालकी विच जा रहे सन। इन्हें चिर नूं एक सिख आके मिलिया जिहड़ा फौज दे नाल ही आया सी। उसने आखिया महाराज मैं आप जी दा सेवादार सिख हाँ आप मैनू सेवा बख्शो। तो सतगुरां ने उस वेले आखिया भी माता सुंदर कौर माता साहिब कौर अगे जा रहे ने रोपड़ दे विच एक रात का ठिकाना करो तो फिर अगे दिल्ली नूं चले जाओ। सिख कहन लगा महाराज इत्थे मेरे रिश्तेदार रहिंदे ने रोपड़ दे विच मैं उन्हां दे घर दे विच ठिकाना करवावांगा तो फिर दिल्ली विच मेरा अपना घर है फिर मैं माता साहिब जी नूं अपने घर दिल्ली लै जावांगा। महाराज जी ने आख्या बड़ा चंगा बचन है। सतगुरां दी आग्या लैके सिख दौड़ के गया। जिथे मातावां दीयां पालकियां जा रही सन छेती नाल जाके पहुँचिया। दसिया है कि मगरों फौज आ गई है हुण दूर जाना ठीक नहीं होवेगा, रात के हनेरे विच ही आपां नूं किते पड़ा करना चाहिदा है।
ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰ ਆਏ। ਇੱਥੋਂ ਅੱਗੇ ਪ੍ਰਰੰਭਤਾ ਹੋ ਰਹੀ ਹੈ। ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਪ੍ਰਭ ਆਇਸ ਮੋਹਿ ਦਈਪੁਰ। ਸਿੱਖ ਨੇ ਜਾ ਕੇ ਦੱਸਿਆ ਹੈ, ਕਹਿਣ ਲੱਗਾ ਮਾਤਾ ਜੀ ਸਤਿਗੁਰਾਂ ਨੇ ਮੈਨੂੰ ਆਗਿਆ ਦਿੱਤੀ ਹੈ ਕਿ ਮੈਂ ਇਸ ਨਗਰ ਦੇ ਵਿੱਚ ਜਿਸ ਦਾ ਨਾਮ ਰੋਪੜ ਹੈ, ਵੀ ਰੋਪੜ ਨਗਰ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਇੱਥੇ ਰਹਿਣ ਦਾ ਇੱਕ ਦਿਨ ਵਾਸਤੇ ਪ੍ਰਬੰਧ ਕਰਨਾ ਹੈ, ਫਿਰ ਅੱਗੋਂ ਦਿੱਲੀ ਜਾਣਾ ਹੈ। ਇਹ ਮਹਾਰਾਜ ਜੀਆਂ ਦਾ ਮੈਨੂੰ ਹੁਕਮ ਹੋਇਆ ਹੈ। ਔਰ ਮੈਂ ਸੁਨਬੰਧ ਕਰੋ ਤਹ ਡੇਰਾ। ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਐਸ ਪੁਰ ਦੇ ਵਿੱਚ ਰੋਪੜ ਦੇ ਅੰਦਰ ਆਪ ਜੀ ਦਾ ਰਿਸ਼ਤੇਦਾਰਾਂ ਦੇ ਘਰ ਵਿੱਚ ਮੈਂ ਡੇਰਾ ਕਰਵਾਵਾਂਗਾ। ਇੱਕ ਦਿਨ ਆਪਾਂ ਇੱਥੇ ਰਵਾਂਗੇ ਅਤੇ ਉਸ ਤੋਂ ਬਾਅਦ ਵਿੱਚ ਫਿਰ ਪਾਤਸ਼ਾਹ ਦਾ ਹੁਕਮ ਮੰਨ ਕੇ ਸੈਨ ਤੇ ਲਿਓ ਬਚਾਏ ਤਾਂ। ਕਿਉਂਕਿ ਮੁਗਲਾਂ ਦੀ ਜਿਹੜੀ ਫੌਜ ਹੈ, ਪਹਾੜੀ ਰਾਜਿਆਂ ਦੀ ਫੌਜ ਹੈ, ਮਾਰੋ ਮਾਰ ਕਰਦੀ ਹੋਈ ਬੜੀ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ। ਥੋੜ੍ਹੇ ਸਮੇਂ ਤੱਕ ਦਿਨ ਚੜ੍ਹ ਜਾਣਾ ਹੈ ਅਤੇ ਦਿਨ ਦੇ ਉਜਾਲੇ ਦੇ ਵਿੱਚ ਇਹ ਤੁਹਾਡੀਆਂ ਪਾਲਕੀਆਂ ਜਾਂਦੀਆਂ ਦੂਰੋਂ ਦਿਸ ਪੈਣਗੀਆਂ ਅਤੇ ਮੁਗਲਾਂ ਨੇ ਆ ਕੇ ਹਮਲਾ ਕਰ ਦੇਣਾ। ਇਸ ਕਰਕੇ ਮਹਾਰਾਜ ਜੀ ਦਾ ਹੁਕਮ ਹੈ ਵੀ ਇਸ ਵੇਲੇ ਹਨੇਰੇ ਦੇ ਵਿੱਚ ਹੀ ਆਪ ਜੀ ਦੀ ਜਿਹੜੀ ਸਵਾਰੀ ਹੈ ਕਿਸੇ ਸਿੱਖ ਦੇ ਘਰ ਦੇ ਵਿੱਚ ਟਿਕਾਣਾ ਕੀਤਾ ਜਾਵੇ ਅਤੇ ਉਸ ਤੋਂ ਉਪਰੰਤ ਫਿਰ ਜੋ ਹੈ ਅੱਗੇ ਦਿੱਲੀ ਨੂੰ ਜਾਣ ਦਾ ਰਸਤਾ ਲੈਣਾ ਹੈ। ਇਸ ਤਰ੍ਹਾਂ ਇਹ ਜਿਹੜਾ ਸਿੱਖ ਹੈ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਕਹਿ ਰਿਹਾ ਹੈ। ਹੁਣ ਆਪ ਚਲੋ ਜਹ ਠਾਂ ਘਰ ਮੇਰਾ। ਤੇ ਹੁਣ ਚੱਲੋ, ਪਹਿਲਾਂ ਆਪਾਂ ਰੋਪੜ ਦੇ ਵਿੱਚ ਰਾਤ ਰਹੀਏ ਅਤੇ ਫਿਰ ਜਿੱਥੇ ਦਿੱਲੀ ਵਿੱਚ ਮੇਰਾ ਘਰ ਹੈ, ਮੇਰਾ ਨਗਰ ਹੈ, ਫਿਰ ਮੈਂ ਤੁਹਾਨੂੰ ਨਾਲ ਲੈ ਚੱਲਾਂਗਾ ਅਤੇ ਜਿੱਥੇ ਮੇਰਾ ਆਪਣਾ ਘਰ ਹੈ ਫਿਰ ਉੱਥੇ ਜਾ ਕੇ ਆਪ ਜੀ ਨੇ ਰਹਿਣਾ ਕਰਨਾ ਜੀ। ਰਾਵਰ ਕੀ ਵੋ ਸੰਗਤ ਹੈ। ਕਿਉਂਕਿ ਆਪ ਜੀ ਦੇ ਘਰ ਦੀ ਸੰਗਤ ਦਿੱਲੀ ਦੇ ਵਿੱਚ ਬਹੁਤ ਹੈ। ਕੱਲ੍ਹ ਵੀ ਆਪਾਂ ਇਹ ਬਚਨ ਸਰਵਣ ਕੀਤਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਥੇ ਚਰਨ ਪਾਏ ਸਨ ਅਤੇ ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਵੀ ਚਰਨ ਪਾਏ ਨੇ। ਬਾਬਾ ਰਾਮ ਰਾਏ ਜੀ ਵੀ ਇੱਥੇ ਬਹੁਤ ਸਮਾਂ ਰਹੇ ਨੇ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਸਰੀਰ ਇੱਥੇ ਹੀ ਛੱਡਿਆ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਇੱਥੇ ਹੀ ਆਪਣਾ ਸਰੀਰ ਛੱਡ ਕੇ ਸੱਚਖੰਡ ਨੂੰ ਪਿਆਨਾ ਕਰ ਗਏ। ਇਸ ਤਰ੍ਹਾਂ ਗੁਰੂ ਪਾਤਸ਼ਾਹ ਦੇ ਇੱਥੇ ਚਰਨ ਪਏ ਨੇ ਦਿੱਲੀ ਦੀ ਧਰਤੀ 'ਤੇ। ਸੋ ਕਹਿਣ ਲੱਗੇ ਵੀ ਇੱਥੇ ਬਹੁਤ ਜ਼ਿਆਦੀਆਂ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਰਹਿੰਦੀਆਂ ਅਤੇ ਇਹ ਸਿੱਖ ਕਹਿੰਦਾ ਪਿਆ ਵੀ ਮਾਤਾ ਜੀ ਫਿਕਰ ਕਰਨ ਦੀ ਲੋੜ ਨਹੀਂ, ਦਿੱਲੀ ਵਿੱਚ ਬੇਅੰਤ ਗੁਰੂ ਨਾਨਕ ਦੇ ਘਰ ਦੀ ਸੰਗਤ ਹੈ। ਕਰ ਪੰਗਤ ਸੇਵੈ ਸਾਂਝ ਸਵੇਰਾ। ਉਹ ਜਿਹੜੀਆਂ ਸੰਗਤਾਂ ਹਨ ਤੁਹਾਨੂੰ ਸਵੇਰੇ ਸ਼ਾਮ ਆ ਕੇ ਸੇਵਾ ਵਿੱਚ ਲੱਗ ਜਾਣਗੀਆਂ। ਕਿਸੇ ਵੀ ਚੀਜ਼ ਦੀ ਕੋਈ ਕਮੀ ਰਹਿਣੀ ਨਹੀਂ ਹੈ ਕਿਉਂਕਿ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਅਤੇ ਗੁਰੂ ਘਰ ਦੀ ਸੇਵਾ ਕਰਮਾਂ ਬਿਨਾਂ ਭਾਗਾਂ ਬਿਨਾਂ ਮਿਲਦੀ ਨਹੀਂ ਹੈ। ਆਪ ਜੀ ਇੱਕ ਵਾਰੀ ਦਿੱਲੀ ਪਹੁੰਚ ਜਾਓ ਅਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸੋ ਤੁਹਾਡੀ ਸੇਵਾ ਕਰਨਗੀਆਂ। ਇਸ ਤਰ੍ਹਾਂ ਇਹ ਸਿੱਖ ਕਹਿੰਦਾ ਹੈ। ਫੇਰ ਮਿਲੋ ਜਿਸ ਥਾਨ ਟਿਕੈ ਗੁਰੂ। ਦੂਜੀ ਗੱਲ ਇਹ ਹੈ, ਜੇ ਤੁਸੀਂ ਗੁਰੂ ਪਾਤਸ਼ਾਹ ਨੂੰ ਮਿਲਣਾ ਵੀ ਚਾਹੁੰਦੇ ਹੋ, ਜਦੋਂ ਥੋੜ੍ਹੇ ਸਮੇਂ ਬਾਅਦ ਸ਼ਾਂਤੀ ਹੋ ਜਾਏਗੀ, ਇਹ ਫੌਜਾਂ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੀਆਂ, ਰਾਜੇ ਚੁੱਪ ਕਰਕੇ ਆਪਣੇ ਰਾਜ ਭਾਗ ਵਿੱਚ ਜਾ ਕੇ ਬੈਠ ਜਾਣਗੇ। ਫਿਰ ਜਿੱਥੇ ਵੀ ਮਹਾਰਾਜ ਪੜਾਅ ਕਰਨਗੇ, ਕਿਤੇ ਰੁਕਣਗੇ, ਉੱਥੇ ਮੈਂ ਤੁਹਾਨੂੰ ਲੈ ਚੱਲਾਂਗਾ। ਜਿਵੇਂ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰੂ ਕਾਸ਼ੀ ਦਮਦਮਾ ਸਾਹਿਬ ਜਾ ਕੇ ਟਿਕੇ ਸਨ, ਫਿਰ ਇਹ ਮਾਤਾਵਾਂ ਉੱਥੇ ਦਰਸ਼ਨ ਕਰਨ ਵਾਸਤੇ ਆਈਆਂ ਸਨ। ਇਹ ਸਿੱਖ ਉਹ ਬਚਨ ਕਰਦਾ ਪਿਆ ਵੀ ਇਸ ਵੇਲੇ ਆਪਾਂ ਨੂੰ ਚਲੇ ਜਾਣਾ ਚਾਹੀਦਾ। ਫਿਰ ਜਦੋਂ ਮਹਾਰਾਜ ਜੀ ਕਿਤੇ ਥੋੜ੍ਹਾ ਜਿਹਾ ਸਮਾਂ ਸ਼ਾਂਤ ਹੋਵੇਗਾ ਅਤੇ ਉਸ ਵੇਲੇ ਸਤਿਗੁਰੂ ਜਿੱਥੇ ਵੀ ਆਪਣਾ ਪੜਾਅ ਕਰਨਗੇ, ਟਿਕਾਣਾ ਕਰਨਗੇ, ਉੱਥੇ ਫਿਰ ਤੁਸੀਂ ਜਾ ਕੇ ਸਤਿਗੁਰਾਂ ਨੂੰ ਮਿਲਣਾ ਕਰਿਓ। ਓਏ ਰਹਿਓ ਅਬ ਜੰਗ ਬਸੇਰਾ। ਪਰ ਹੁਣ ਜਾਣਾ ਬੜਾ ਜ਼ਰੂਰੀ ਹੈ। ਉਹਦਾ ਕਾਰਨ ਇਹ ਹੈ ਵੀ ਇਸ ਵੇਲੇ ਬਹੁਤ ਵੱਡਾ ਜੰਗ ਹੋ ਰਿਹਾ ਹੈ ਅਤੇ ਜੰਗ ਦੇ ਵਿੱਚ ਦੁਸ਼ਮਣ ਦੇ ਹੱਥ ਆ ਜਾਣਾ ਇਹ ਬੜੀ ਮਾੜੀ ਗੱਲ ਹੋਵੇਗੀ। ਸੋ ਇਸ ਕਰਕੇ ਬਚਨ ਇਹ ਹੈ ਵੀ ਹੁਣ ਜੰਗ ਦੇ ਸਮੇਂ ਨੂੰ ਆਪਣਾ ਆਪ ਬਚਾਅ ਕਰਨਾ ਚਾਹੀਦਾ ਅਤੇ ਉਸ ਬਚਾਅ ਦੇ ਸਾਰੇ ਯਤਨ ਕਰਨੇ ਚਾਹੀਦੇ। ਇਸ ਕਰਕੇ ਆਪ ਮੇਰੀ ਬੇਨਤੀ ਮੰਨੋ ਮਾਤਾ ਜੀ, ਮੇਰੇ ਰਿਸ਼ਤੇਦਾਰਾਂ ਦੇ ਘਰ ਵਿੱਚ ਰੋਪੜ ਵਿੱਚ ਰਹੀਏ, ਫਿਰ ਦਿੱਲੀ ਵਿੱਚ ਰਵਾਂਗੇ। ਫਿਰ ਜਦੋਂ ਸ਼ਾਂਤੀ ਹੋਵੇਗੀ ਕਿਤੇ, ਉਦੋਂ ਫਿਰ ਗੁਰੂ ਪਾਤਸ਼ਾਹ ਨੂੰ ਮਿਲਾਂਗੇ। ਇਉਂ ਕਹਿ ਕੇ ਨਿਜ ਸੰਗ ਲਏ। ਉਸ ਵੇਲੇ ਇਸ ਤਰ੍ਹਾਂ ਕਹਿ ਕੇ ਮਾਤਾ ਜੀ ਨੇ ਆਖਿਆ ਵੀ ਠੀਕ ਹੈ, ਜਿਵੇਂ ਸਿੱਖ ਤੂੰ ਕਹਿੰਦਾ ਹੈ, ਜਿਵੇਂ ਗੁਰੂ ਪਾਤਸ਼ਾਹ ਦਾ ਹੁਕਮ ਹੈ, ਅਸੀਂ ਉਸ ਹੁਕਮ ਦੇ ਅੰਦਰ ਹੀ ਹਾਂ। ਇਸ ਤਰ੍ਹਾਂ ਕਹਿ ਕੇ ਸਿੱਖ ਫਿਰ ਅੱਗੇ ਅੱਗੇ ਚੱਲ ਪਿਆ ਵੀ ਜਿੱਧਰ ਨੂੰ ਮੈਂ ਜਾ ਰਿਹਾ ਨਾ, ਅਤੇ ਦੂਜਿਆਂ ਸਿੱਖਾਂ ਨੂੰ ਆਖਿਆ ਤੁਸੀਂ ਮੇਰੇ ਮਗਰ ਹੀ ਇਹ ਪਾਲਕੀਆਂ ਲੈ ਕੇ
ਮਾਤਾਵਾਂ ਦੀਆਂ ਦੇ ਨਾਲ ਹੀ ਮੇਰੇ ਆ ਚੱਲੋ। ਇਸ ਤਰ੍ਹਾਂ ਕਹਿ ਕੇ ਸਿੱਖ ਜਿਹੜਾ ਰੋਪੜ ਵਾਲੇ ਪਾਸੇ ਨੂੰ ਚੱਲ ਪਿਆ ਹੈ। ਤਮ ਬ੍ਰਿੰਦ ਹੋਤੋ ਘਰ ਮਹਿ ਉਤਰਾਏ। ਤੇ ਗੁਰਮੁਖੋ ਅਜੇ ਦਿਨ ਨਹੀਂ ਚੜਿਆ ਹੈ, ਰਾਤ ਦਾ ਹਨੇਰਾ ਸੀਗਾ ਤੇ ਹਨੇਰਾ ਹੋਣ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਾ। ਜਿਹੜਾ ਵੀ ਕੋਈ ਰਸਤਾ ਜਾਣਦਾ ਸੀ ਉਸ ਰਸਤੇ ਦੇ ਰਾਹੀਂ ਇਸ ਨੇ ਮਾਤਾਵਾਂ ਦੀਆਂ ਪਾਲਕੀਆਂ ਜਿਹੜੀਆਂ ਆਪਣੇ ਘਰ ਦੇ ਵਿੱਚ ਲੈ ਗਿਆ, ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਲਿਜਾ ਕੇ ਮਾਤਾ ਸਾਹਿਬ ਮਾਤਾ ਸੁੰਦਰ ਕੌਰ ਔਰ ਮਾਤਾ ਸਾਹਿਬ ਕੌਰ ਜੀ ਦਾ ਟਿਕਾਣਾ ਰੋਪੜ ਦੇ ਵਿੱਚ ਹੀ ਕਿਸੇ ਵਿਅਕਤੀ ਦੇ ਘਰ, ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਇਸ ਨੇ ਕਰਵਾਇਆ ਹੈ, ਜੋ ਮਹਾਰਾਜ ਜੀ ਦਾ ਹੁਕਮ ਹੈ। ਏਕ ਹੀ ਰਾਤ ਵਸੇ ਗੁਰ ਰੋਪੜ। ਅਤੇ ਇਸੇ ਤਰ੍ਹਾਂ ਜਿਹੜੇ ਗੁਰੂ ਪਾਤਸ਼ਾਹ ਦੇ ਮਹਿਲ ਹਨ ਉਹ ਇੱਕ ਰਾਤ ਹੀ ਰੋਪੜ ਰਹੇ ਸਨ, ਕਿਉਂਕਿ ਬਚਨ ਮਹਾਰਾਜ ਜੀਆਂ ਦਾ ਸੀ ਕਿ ਹੁਣ ਦਿਨ ਚੜ੍ਹਨ ਵਾਲਾ ਹੈ ਤੇ ਇਹ ਦਿਨ ਸਾਰਾ ਰੋਪੜ ਦੇ ਵਿੱਚ ਤੇ ਅਗਲੀ ਰਾਤ ਇਹ ਰੋਪੜ ਦੇ ਵਿੱਚ ਜਿਹੜੀ ਹੈ ਮਹਿਲਾਂ ਨੇ ਸਤਿਗੁਰਾਂ ਦਿਆਂ ਨੇ ਰੋਪੜ ਵਿੱਚ ਬਤੀਤ ਕੀਤੀ ਹੈ। ਅਤੇ ਫਿਰ ਇੱਥੇ ਰਹਿਣਾ ਵੀ ਬਹੁਤਾ ਠੀਕ ਨਹੀਂ ਹੈ, ਸੋ ਇੱਥੋਂ ਫਿਰ ਅੱਗੇ ਪਰਿਵਾਰ ਚੱਲ ਕੇ ਦਿੱਲੀ ਪਹੁੰਚਿਆ ਹੈ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ, 10ਵੇਂ ਪਾਤਸ਼ਾਹ ਦੇ ਕੋਲ ਬੈਠ ਕੇ ਬੰਦ ਕੱਟੇ ਗਏ ਜਿਨ੍ਹਾਂ ਦੇ, ਸੋ ਇਹਨਾਂ ਨੇ ਗੁਰੂ ਘਰ ਦੀ ਬੇਅੰਤ ਸੇਵਾ ਕਰਕੇ ਬੜੀ ਕਮਾਈ ਕੀਤੀ ਹੈ। ਸੋ ਇਹ ਸਿੱਖ ਮਾਤਾ ਜੀ ਦੇ ਨਾਲ ਸੇਵਾ ਦੇ ਵਿੱਚ ਉਸ ਵੇਲੇ ਹਾਜ਼ਰ ਹੈ। ਸੋ ਇਸ ਤਰ੍ਹਾਂ ਇਹ ਭਾਈ ਮਨੀ ਸਿੰਘ ਸਾਹਿਬ ਜੀ ਵੀ ਨਾਲ ਹੀ ਪਹਿਲਾਂ ਰੋਪੜ ਰਹੇ ਨੇ ਤੇ ਫਿਰ ਉੱਥੋਂ ਨਾਲ ਹੀ ਮਾਤਾ ਜੀ ਦੇ ਦਿੱਲੀ ਚਲੇ ਗਏ ਹਨ। ਹੋਰ ਹਵੇ ਗਾਡੀ ਮੈਂ ਲੀਨ ਚੜਾਏ। ਤੇ ਜਦੋਂ ਗੁਰਮੁਖੋ ਫਿਰ ਇਸ ਤਰ੍ਹਾਂ ਅਗਲਾ ਦਿਨ ਚੜ੍ਹਿਆ ਹੈ ਤੇ ਫਿਰ ਗੱਡਾ ਤਿਆਰ ਕੀਤਾ ਗਿਆ, ਕਿਉਂਕਿ ਉਸ ਵੇਲੇ ਸਾਧਨ ਗੱਡਾ ਵਗੈਰਾ ਹੀ ਸਨ, ਜਾਂ ਘੋੜਿਆਂ ਦੇ ਉੱਪਰ ਸਵਾਰੀ ਹੁੰਦੀ ਜਾਂ ਊਠ ਤੇ ਜਾਂ ਗੱਡੇ। ਪਾਲਕੀਆਂ ਇੱਥੇ ਛੱਡ ਦਿੱਤੀਆਂ, ਕਿਉਂਕਿ ਪਾਲਕੀ ਜਿਹੜੀ ਹੈ ਇਹ ਇੱਕ ਵਿਸ਼ੇਸ਼ ਸਾਧਨ ਸੀਗਾ, ਜਿਹਨੂੰ ਆਪਾਂ ਕਹਿ ਲਈਏ ਵੀ ਇਹ ਬਹੁਤ ਵਧੀਆ ਸਾਧਨ ਸੀ। ਰਾਜਿਆਂ ਮਹਾਰਾਜਿਆਂ ਦੀਆਂ ਪਾਲਕੀਆਂ ਚੱਲਦੀਆਂ। ਸਿੱਖ ਨੇ ਸੋਚਿਆ ਵੀ ਜੇ ਮਾਤਾ ਜੀ ਨੂੰ ਹੁਣ ਪਾਲਕੀ 'ਚ ਬਿਠਾ ਕੇ ਲੈ ਕੇ ਜਾਵਾਂਗਾ ਤੇ ਥਾਵਾਂ 'ਤੇ ਪੁੱਛਗਿੱਛ ਹੋਵੇਗੀ ਵੀ ਇਹ ਪਾਲਕੀ ਕਿਹਦੀ ਜਾ ਰਹੀ ਹੈ, ਉਸ ਵੇਲੇ ਦੱਸਣਾ ਪਵੇਗਾ। ਅਤੇ ਹੋ ਸਕਦਾ ਵੀ ਸਮੇਂ ਦੀ ਸਰਕਾਰ ਕਿਤੇ ਪਾਲਕੀਆਂ ਦੀ ਤਲਾਸ਼ੀ ਕਰੇ ਤੇ ਮਾਤਾ ਸਾਹਿਬ ਨੂੰ ਗ੍ਰਿਫਤਾਰ ਨਾ ਕਰ ਲਵੇ, ਇਸ ਕਰਕੇ ਪਾਲਕੀਆਂ ਛੱਡ ਦਿੱਤੀਆਂ। ਇੱਥੋਂ ਫਿਰ ਗੱਡਿਆਂ ਦੇ ਉੱਪਰ, ਕਿਉਂਕਿ ਗੱਡਾ ਇੱਕ ਆਮ ਸਾਧਨ ਹੈ, ਲੋਕ ਉਹਦੇ 'ਤੇ ਆਮ ਹੀ ਜਾਂਦੇ ਆਉਂਦੇ, ਉਸ ਵੇਲੇ ਦਾ ਸਾਧਨ ਹੀ ਇਹ ਹੈ। ਸੋ ਗੱਡਾ ਤਿਆਰ ਕੀਤਾ, ਗੱਡੇ ਦੇ ਵਿੱਚ ਵਿਛਾਈ ਕਰਕੇ ਉਹਦੇ ਉੱਪਰ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਬਿਰਾਜਮਾਨ ਹੋਏ। ਭਾਈ ਮਨੀ ਸਿੰਘ ਨਾਲ ਨੇ ਫਿਰ ਰੋਪੜ ਤੋਂ ਗੱਡਾ ਤਿਆਰ ਕਰਕੇ ਤੇ ਉਹਦੇ ਵਿੱਚ ਇਹਨਾਂ ਨੇ ਸਵਾਰੀ ਕੀਤੀ ਹੈ। ਦਿੱਲੀ ਕੇ ਪੰਥ ਭਰੇ ਤਬ ਹੂੰ ਚੱਲ। ਸੋ ਗੁਰਮੁਖੋ ਰੋਪੜ ਤੋਂ ਦਿੱਲੀ ਜਾਣਾ ਬੜੀ ਲੰਮੀ ਵਾਟ ਹੈ, ਜੇ ਆਪਾਂ ਗੱਡੀ 'ਤੇ ਜਾਈਏ ਸਾਰਾ ਦਿਨ ਲੱਗ ਜਾਂਦਾ ਹੈ, ਭਾਵੇਂ ਕਿ ਬੜੇ ਸਾਧਨ ਨੇ ਤੇਜ਼ ਜਾਣ ਦੇ, ਤੇ ਗੱਡੇ ਦੀ ਸਵਾਰੀ ਤੇ ਹੈ ਹੀ ਬੜੀ ਹੌਲੀ ਹੈ। ਜਾਨਵਰ ਅੱਗੇ ਚੱਲਦਾ ਹੈ, ਕੁਝ ਸਮੇਂ ਬਾਅਦ ਜਾਨਵਰ ਨੂੰ ਭੁੱਖ ਵੀ ਲੱਗਣੀ ਹੈ, ਪਾਣੀ ਵੀ ਪੀਣਾ, ਰੁਕਣਾ ਵੀ ਹੈ। ਰਸਤੇ ਵੀ ਕੱਚੇ ਟੇਢੇ ਮੇਢੇ ਸਨ ਉਸ ਵੇਲੇ, ਕੋਈ ਇਹ ਨਹੀਂ ਵੀ ਇੱਕ ਦਿਨ ਦੇ ਵਿੱਚ ਪਹੁੰਚ ਗਿਆ। ਰੋਪੜ ਤੋਂ ਚੱਲ ਕੇ ਦਿੱਲੀ ਜਾਂਦਿਆਂ ਕਈ ਦਿਨ ਲੱਗ ਗਏ ਤੇ ਹੌਲੀ ਇਹ ਜਿਹੜੇ ਸਿੱਖ ਨੇ ਔਰ ਭਾਈ ਮਨੀ ਸਿੰਘ ਜੀ ਇਸ ਤਰ੍ਹਾਂ ਮਾਤਾ ਜੀ ਨੂੰ ਨਾਲ ਲੈ ਕੇ, ਪਰਿਵਾਰ ਨੂੰ ਨਾਲ ਲੈ ਕੇ, ਸੋ ਇੱਥੋਂ ਰੋਪੜ ਤੋਂ ਫਿਰ ਦਿੱਲੀ ਨੂੰ ਚੱਲੇ ਹਨ। ਚੱਲ ਕੈ ਦਿਨ ਕਿਤਕ ਮੈਂ ਤਹਿ ਆਏ। ਸੋ ਗੁਰਮੁਖੋ ਕਈ ਦਿਨ ਲੱਗ ਗਏ, ਆਪਾਂ ਕਹਿ ਲਈਏ ਵੀ 15-20 ਦਿਨਾਂ ਦਾ ਸਫ਼ਰ ਨਿਬੇੜ ਕੇ ਹੌਲੀ ਚੱਲਦਿਆਂ ਇਸ ਤਰ੍ਹਾਂ ਸਤਿਗੁਰਾਂ ਦੇ ਪਰਿਵਾਰ ਦਾ ਇੱਕ ਹਿੱਸਾ, ਤਿੰਨਾਂ ਹਿੱਸਿਆਂ 'ਚ ਪਰਿਵਾਰ ਵੰਡਿਆ ਹਨ। ਇੱਕ ਹਿੱਸਾ ਪਰਿਵਾਰ ਦਾ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਦੇ ਰੂਪ ਦੇ ਵਿੱਚ ਮਹਾਰਾਜ ਦਾ ਪਰਿਵਾਰ ਸਰਸਾ ਦੇ ਕਿਨਾਰੇ ਜਿਹੜਾ ਵਿਛੋੜਾ ਪਿਆ ਹੈ, ਇੱਥੋਂ ਫਿਰ ਇੱਕ ਪਰਿਵਾਰ ਮਹਾਰਾਜ ਜੀ ਦਾ ਦਿੱਲੀ ਪਹੁੰਚ ਗਿਆ, ਇੱਕ ਹਿੱਸਾ ਪਰਿਵਾਰ ਦਾ। ਬਾਕੀ ਦੋ ਪਰਿਵਾਰ ਅਜੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਅਤੇ ਵੱਡੇ ਸਾਹਿਬਜ਼ਾਦੇ ਅਤੇ ਸਤਿਗੁਰੂ ਸਾਹਿਬ ਜੀ, ਇਹ ਅਜੇ ਇਹਨਾਂ ਦਾ ਵਿਛੋੜਾ ਅਜੇ ਪੈਣਾ ਹੈ, ਕਿਉਂਕਿ ਭਾਈ ਸੰਤੋਖ ਸਿੰਘ ਜੀ ਤਿੰਨਾਂ ਦਾ ਇਕੱਠਾ ਇਤਿਹਾਸ ਲਿਖ ਨਹੀਂ ਸਕਦੇ ਔਰ ਇਕੱਠਾ ਆਪਾਂ ਸੁਣ ਨਹੀਂ ਸਕਦੇ। ਇਹ ਵਾਰੀ ਸੁਣਨਾ ਪਵੇਗਾ ਵੀ ਇੱਕ ਪਰਿਵਾਰ ਨੂੰ ਪਹਿਲਾਂ ਇੱਕ ਟਿਕਾਣੇ 'ਤੇ ਪਹੁੰਚਾ ਕੇ ਫਿਰ ਦੂਜੇ ਪਰਿਵਾਰ ਦੀ ਕਥਾ ਸ਼ੁਰੂ ਹੋਵੇਗੀ, ਫਿਰ ਅੱਗੇ ਗੁਰੂ ਪਾਤਸ਼ਾਹ ਨੇ ਕਿਵੇਂ ਜੰਗ ਲੜਿਆ ਹੈ, ਉਹ ਸਾਰਾ ਇਤਿਹਾਸ ਵਾਰੀ ਇਸ ਤਰ੍ਹਾਂ ਅੱਗੇ ਚੱਲੇਗਾ। ਇਸ ਤਰ੍ਹਾਂ ਇਹ ਤਿੰਨਾਂ ਹਿੱਸਿਆਂ 'ਚ ਪਰਿਵਾਰ ਵੰਡਿਆ। ਇੱਕ ਹਿੱਸਾ ਪਰਿਵਾਰ ਦਾ ਮਾਤਾ ਸਾਹਿਬ ਦੇ ਰੂਪ ਦੇ ਵਿੱਚ ਰੋਪੜ ਤੋਂ ਹੋ ਕੇ ਦਿੱਲੀ ਪਹੁੰਚ ਗਿਆ ਹੈ। ਆਹੂ ਨਾ ਭੇਦ ਲਖਿਓ ਨਾ ਪਿਖਿਓ। ਉਸ ਵੇਲੇ ਸਤਿਗੁਰਾਂ ਦਾ ਹੁਕਮ ਸੀ ਨਾ ਸਿੱਖ ਨੂੰ ਵੀ ਸਿੱਖਾ ਡਰੀ ਨਾ, ਫਿਕਰ ਨਾ ਕਰੀ, ਰਸਤੇ 'ਚ ਤੈਨੂੰ ਕੋਈ ਵੇਖ ਨਹੀਂ ਸਕੇਗਾ ਔਰ ਤੇਰੇ 'ਤੇ ਕੋਈ ਵਿਪਤਾ ਨਹੀਂ ਪਵੇਗੀ, ਨਾ ਤੈਨੂੰ ਕੋਈ ਰੁਕੇਗਾ। ਉਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਐਸੀ ਬਰਕਤ ਹੈ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਜਿਸ ਗੱਡੇ ਦੇ ਉੱਪਰ ਮਾਤਾ ਜੀ ਗਏ, ਨਾ ਰਸਤੇ ਵਿੱਚ ਕਿਸੇ ਨੇ ਰੋਕਿਆ, ਨਾ ਕਿਸੇ ਨੂੰ ਪਤਾ ਲੱਗਾ ਵੀ ਇਹ ਗੱਡੇ 'ਚ ਕੌਣ ਜਾ ਰਿਹਾ ਹੈ ਜਾਂ ਕੋਈ ਕਿੱਧਰ ਜਾ ਰਿਹਾ ਹੈ, ਨਹੀਂ ਕਿਸੇ ਨਹੀਂ ਰੋਕਿਆ, ਨਾ ਕਿਸੇ ਵਿਖਿਆ ਹੈ।
ਬੜੀ ਮੌਜ ਦੇ ਨਾਲ ਹੌਲੀ ਹੌਲੀ ਚੱਲ ਕੇ ਦਿੱਲੀ ਪਹੁੰਚੇ ਹਨ। ਰਿਪ ਆਖਨ ਮਹਾਰਾਜ ਪੁੰਜ ਕੋ ਪਾਏ। ਭਾਈ ਸੰਤੋਖ ਸਿੰਘ ਜੀ ਇੱਕ ਉਦਾਹਰਨ ਦਿੰਦੇ ਨੇ, ਕਹਿੰਦੇ ਜਿਵੇਂ ਬੰਦੇ ਦੀ ਅੱਖਾਂ ਵਿੱਚ ਘੱਟਾ ਪੈ ਜਾਵੇ ਨਾ, ਕੋਈ ਕਣ ਪੈ ਜਾਵੇ ਮਿੱਟੀ ਦਾ, ਤੇ ਅੱਖ ਬੰਦ ਹੋ ਜਾਂਦੀ ਹੈ, ਦਿਸਦਾ ਨਹੀਂ ਹੈ ਵੀ ਕੀ ਹੈ। ਮਾਤਾ ਸਾਹਿਬ ਜੀਆਂ ਦਾ ਗੱਡਾ ਜਾਂਦਾ ਹੈ, ਮੰਨ ਲਓ ਵੀ ਦੁਸ਼ਮਣ ਦੀਆਂ ਅੱਖਾਂ ਵਿੱਚ ਮਿੱਟੀ ਪੈ ਗਈ ਹੈ, ਪਤਾ ਹੀ ਨਹੀਂ ਲੱਗਾ ਵੀ ਉਹ ਗੱਡੇ ਕਦੋਂ ਕੋਲੋਂ ਲੰਘੇ, ਕਦੋਂ ਸਫ਼ਰ ਨੂੰ ਤੈਅ ਕਰਕੇ ਦਿੱਲੀ ਪਹੁੰਚ ਗਏ, ਇਸ ਗੱਲ ਨੂੰ ਕੋਈ ਜਾਣ ਨਹੀਂ ਸਕਿਆ ਹੈ। ਸ਼੍ਰੀ ਗੁਜ਼ਰੀ ਜੁਗ ਪੌਤਰਨ ਕੇ ਜੁਤ। ਸੋ ਗੁਰਮੁਖੋ, ਇਹ ਤੇ ਹੁਣ ਸਤਿਗੁਰਾਂ ਦਾ ਪਰਿਵਾਰ ਦਿੱਲੀ ਪਹੁੰਚ ਗਿਆ ਹੈ, ਕਿਸੇ ਨੇ ਰੋਕਿਆ ਨਹੀਂ ਹੈ, ਤੇ ਦਿੱਲੀ ਦੀਆਂ ਸੰਗਤਾਂ ਹੁਣ ਸੇਵਾ ਕਰਨਗੀਆਂ। ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਵਾਪਸ ਚੱਲੀਏ ਆਪਾਂ, ਫਿਰ ਸਰਸਾ ਦੇ ਕਿਨਾਰੇ ਤੋਂ ਸ਼ੁਰੂ ਕਰਾਂਗੇ ਇਤਿਹਾਸ। ਹੁਣ ਮਾਤਾ ਗੁਜਰੀ ਜੀ ਦਾ ਇਤਿਹਾਸ ਸ਼ੁਰੂ ਹੋਣ ਲੱਗਾ ਹੈ। ਮਾਤਾ ਗੁਜਰੀ ਜੀ ਸੋ ਆਪਣੇ ਦੋਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸਮੇਤ ਸਯੰਦਨ ਕੋ ਕਰ ਵੇਗ ਚਲਾਈ। ਤੇ ਕਹਿਣ ਲੱਗੇ ਵੀ ਉਸ ਵੇਲੇ ਜਿਹੜਾ ਰਥ ਹੈ ਤੇ ਚੱਲਦਾ ਹੈ, ਤੇ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਪਹੁੰਚੇ ਹਨ। ਦੁਐ ਮਹਿਲ ਆਜਮ ਜਾਤ ਭਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਪਹਿਲਾਂ ਤੁਹਾਨੂੰ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਮਹਿਲ ਨੇ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜਿਵੇਂ ਗਏ ਹਨ, ਸੋ ਕਥਾ ਕਹਿ ਸ਼ੌਤਰਮ ਬਿੰਦ ਸੁਣਾਈ। ਗੁਰੂ ਕਿਉਂ ਸਿੱਖੋ, ਮੈਂ ਤੁਹਾਨੂੰ ਕਥਾ ਸੁਣਾ ਦਿੱਤੀ ਹੈ ਵੀ ਸਤਿਗੁਰਾਂ ਦਾ ਪਰਿਵਾਰ ਕਿਵੇਂ ਗਿਆ, ਮਤਾਵਾਂ ਕਿਵੇਂ ਗਈਆਂ। ਇੱਥੇ ਇਹ ਤੁਹਾਨੂੰ ਕਥਾ ਦਿੱਲੀ ਤੱਕ ਜਾਣ ਦੀ ਸਾਰੀ ਸਰਵਨ ਕਰਵਾਈ ਹੈ। ਔਰ ਬਹੀਰ ਗਇਓ ਤਟ ਰੋਪਰ। ਹੋਰ ਵੀ ਜਿਹੜਾ ਬਹੀਰ ਸੀ ਨਾ, ਬਜ਼ੁਰਗ ਜਾਂ ਹੋਰ ਜਿਹੜੇ ਨਹੀਂ ਸਨ ਲੜਨ ਵਾਲੇ ਸਿੰਘ, ਜਾਂ ਜਿਹੜੇ ਫਟੜ ਹੋਏ ਸਨ, ਇਹ ਵੀ ਸਾਰੇ ਰੋਪੜ ਨੂੰ ਚਲੇ ਗਏ। ਹੌਲੀ ਹੌਲੀ ਰਸਤਾ ਲੱਭ ਕੇ ਤੇ ਰੋਪੜ ਪਹੁੰਚੇ ਹਨ। ਆਨ ਮਲੇਸ਼ ਮਿਲੇ ਸਮੁਦਾਈ। ਸੋ ਕਹਿਣ ਲੱਗੇ ਆਨ ਮਲੇਸ਼ ਮਿਲੇ ਸਮੁਦਾਈ। ਇਹ ਅਜੇ ਤੁਰੇ ਜਾ ਰਹੇ ਰਸਤੇ ਤੇ, ਬਾਕੀ ਬਹੀਰ ਜਿਹੜਾ ਹੈ ਇਹਨੇ ਚਿਰ ਨੂੰ ਮੁਗਲਾਂ ਦੀ ਫੌਜ ਪਿੱਛਾ ਕਰਦਿਆਂ, ਘੋੜਿਆਂ ਦੇ ਪੌੜ ਦੇਖਦਿਆਂ, ਪੌੜਾਂ ਦੇ ਨਿਸ਼ਾਨ ਲੱਗੇ ਹੋਏ, ਜਾਂ ਘੋੜਾ ਚੱਲਦਾ ਲਿੱਦ ਵੀ ਕਰ ਦਿੰਦਾ ਹੈ। ਸੋ ਇਸ ਤਰ੍ਹਾਂ ਲੱਭਦਿਆਂ ਹੋਇਆ ਰਾਹ ਵੀ ਇੱਧਰ ਨੂੰ ਘੋੜੇ ਗਏ ਹੋਣਗੇ, ਲੱਭਦਿਆਂ ਲੱਭਦਿਆਂ ਇਹ ਜਿਹੜਾ ਵਹੀਰ ਤੁਰਿਆ ਜਾ ਰਿਹਾ, ਮਗਰੋਂ ਮੁਗਲਾਂ ਦੀ ਫੌਜ ਚੜ੍ਹ ਕੇ ਆ ਗਈ ਹੈ। ਆਪਣੇ ਆਪਣੇ ਰਾਹ ਪਰੇ ਕੁਛ। ਜਦੋਂ ਫੌਜ ਚੜ੍ਹ ਕੇ ਆ ਗਈ ਹੈ, ਵਹੀਰ ਨੇ ਵੇਖਿਆ ਵੀ ਹੁਣ ਬਚਾ ਨਹੀਂ ਹੋ ਸਕਦਾ ਹੈ, ਹੁਣ ਇਕੱਠੇ ਚੱਲਾਂਗੇ ਤੇ ਬਚਾ ਨਹੀਂ ਹੋਣਾ ਹੈ। ਉਸ ਵੇਲੇ ਕੀ ਹੋਇਆ, ਸਾਰਿਆਂ ਨੇ ਆਪੋ ਆਪਣਾ ਵੱਖਰਾ ਵੱਖਰਾ ਰਾਹ ਕਰ ਲਿਆ। ਜੰਗਲ ਵਿੱਚ ਜਿੱਧਰ ਨੂੰ ਕਿਸੇ ਨੂੰ ਰਾਹ ਲੱਭਾ ਨਾ, ਇੱਕ ਇੱਕ ਜਾਣਾ, ਦੋ ਦੋ ਜਾਣੇ ਇੱਧਰ ਉੱਧਰ ਖਿੰਡ ਗਏ, ਭੱਜ ਗਏ। ਉਸੇ ਵੇਲੇ ਮੁਗਲਾਂ ਦੀ ਫੌਜ ਮਗਰ ਆ ਗਈ ਹੈ। ਹੁਣ ਇਕੱਠੇ ਗਰੁੱਪ ਬਣਾ ਕੇ ਚੱਲਾਂਗੇ, ਬੜੀ ਛੇਤੀ ਫੜੇ ਜਾਣਾ ਹੈ। ਖਿੰਡ ਜਾਈਏ ਜੰਗਲ ਵਿੱਚ, ਜਿਹਦੀ ਜਾਨ ਬਚ ਗਈ ਬਚ ਗਈ, ਜਿਹੜਾ ਫੜਿਆ ਗਿਆ ਮਾਰਿਆ ਗਿਆ, ਕਿਸਮਤ ਦੇ ਹੱਥ ਹੈ। ਇਸ ਤਰ੍ਹਾਂ ਫੌਜ ਨੂੰ ਆਇਆ ਵੇਖ ਕੇ ਜਿਹੜਾ ਬਾਕੀ ਵਹੀਰ ਹੈ, ਉਹ ਸਾਰਾ ਇੱਧਰ ਉੱਧਰ ਨੂੰ ਜੰਗਲ ਵਿੱਚ ਖਿੰਡ ਗਿਆ ਹੈ। ਉਸ ਲੂਟ ਲਈਏ ਵੱਡ ਬਹਾਨੀ ਆਈ। ਤੇ ਜਿਹੜੀ ਫੌਜ ਆਈ ਹੈ, ਇਹਨਾਂ ਨੇ ਆਉਂਦਿਆਂ ਹੀ ਲੁੱਟ ਮਚਾ ਦਿੱਤੀ। ਜਿੰਨਾ ਕੁ ਸਮਾਨ ਕੋਲ ਸੀ ਵਹੀਰ ਦੇ, ਉਹ ਸਾਰਾ ਹੀ ਫੌਜ ਨੇ ਲੁੱਟ ਲਿਆ, ਕਿਉਂਕਿ ਲੁੱਟੀ ਬਚਣੀ ਹੈ, ਹੋਰ ਤੇ ਬਚਣਾ ਕੁਝ ਨਹੀਂ ਹੈ। ਸਿਪਾਹੀਆਂ ਦੇ ਔਰ ਸਿਪਾਹੀਆਂ ਦੇ ਜਿਹੜੇ ਸਰਦਾਰ ਨੇ, ਸੈਨਾਪਤੀ, ਉਹਨਾਂ ਦੇ ਮਨ ਵਿੱਚ ਵੀ ਬੇਈਮਾਨੀ ਹੈ ਵੀ ਜਿਹੜਾ ਲੁੱਟ ਲਿਆ ਉਹ ਸਾਨੂੰ ਪੱਕਾ ਹੋ ਜਾਣਾ ਹੈ। ਸੋ ਜਿੰਨਾ ਕੁ ਇਹਨਾਂ ਕੋਲ ਲੀੜਾ ਕੱਪੜਾ ਸੀਗਾ, ਜਾਂ ਥੋੜ੍ਹੀ ਬਹੁਤੀ ਮਾਇਆ, ਜਾਂ ਕੋਈ ਹੋਰ ਕੋਈ ਨਿੱਕਾ ਮੋਟਾ ਗਹਿਣਾ ਹੈ, ਉਹ ਵੀ ਸਾਰਾ ਇਸ ਵਹੀਰ ਦੇ ਕੋਲੋਂ ਲੁੱਟ ਲਿਆ ਹੈ। ਫੇਰ ਕਰੀ ਬਿਨਤੀ ਬਹੁਤ ਸਿੰਘਨ। ਜਦੋਂ ਇਸ ਤਰ੍ਹਾਂ ਇਹ ਸਾਰਾ ਭਾਣਾ ਵਾਪਰਿਆ ਹੈ, ਸਿੰਘ ਵੇਖਦੇ ਪਏ ਵੀ ਹੁਣ ਬੇਵਸੀ ਵਾਲੀ ਗੱਲ ਹੋ ਗਈ ਹੈ, ਕਿਉਂਕਿ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਸਿੰਘ ਬਹੁਤੇ ਸ਼ਹੀਦ ਹੋ ਗਏ ਨੇ, ਕੁਝ ਪਾਣੀ ਵਿੱਚ ਵੀ ਰੁੜ ਗਏ ਹਨ, ਅਤੇ ਕਈਆਂ ਸਿੰਘਾਂ ਦਾ ਸਹਿਯੋਗ ਪਰਿਵਾਰ ਨੂੰ ਵੀ ਦੇਣਾ ਹੈ। ਜਿਵੇਂ ਹੁਣ ਮਾਤਾ ਜੀ ਦੇ ਨਾਲ ਭਾਈ ਮਣੀ ਸਿੰਘ ਚਲੇ ਗਏ, ਉਹ ਵੀ ਤੇ ਗਿਣਤੀ ਵਿੱਚ ਆਉਂਦੇ ਨੇ, ਤੇ ਭਾਈ ਮਣੀ ਸਿੰਘ ਦੇ ਨਾਲ ਕੋਈ ਇੱਕ ਦੋ ਸਿੰਘ ਹੋਰ ਵੀ ਹੋਣਗੇ ਜਿਹੜੇ ਨਾਲ ਸੇਵਾ ਵਾਸਤੇ ਜ਼ਰੂਰੀ ਨੇ। ਜੇ ਮਾਤਾ ਗੁਜਰੀ ਜੀ ਜਾ ਰਹੇ ਨੇ, ਉਹਨਾਂ ਦੇ ਨਾਲ ਵੀ ਕੋਈ ਇੱਕ ਦੋ ਸਿੰਘ ਜਿਹੜੇ ਨੇ ਦਰਿਆ ਪਾਰ, ਨਦੀ ਪਾਰ ਕਰਾਉਣ ਵਾਲੇ ਚੱਲਦੇ ਪਏ, ਤੇ ਕੁਝ ਸਿੰਘ ਸ਼ਹੀਦੀਆਂ ਪਾ ਗਏ, ਕੁਝ ਸਿੰਘ ਪਾਣੀ ਵਿੱਚ ਰੁੜ ਗਏ। ਸਿੰਘਾਂ ਨੇ ਵੇਖਿਆ ਵੀ ਸਾਡੀ ਗਿਣਤੀ ਬਹੁਤ ਥੋੜ੍ਹੀ ਹੋ ਗਈ ਹੈ, ਤੇ ਮੁਗਲਾਂ ਦੀ ਫੌਜ ਬਹੁਤ ਵੱਡੀ ਮਗਰੋਂ ਆ ਗਈ ਹੈ। ਫੇਰ ਕਰੀ ਬਿਨਤੀ ਬਹੁ ਸਿੰਘਨ, ਸ਼੍ਰੀ ਪ੍ਰਭ ਜੀ ਤੁਮੇ ਆਪ ਸਿਧਾਵੋ। ਉਸ ਵੇਲੇ ਸਿੰਘਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੀ ਤੁਹਾਨੂੰ ਇੱਥੇ ਹੁਣ ਨਦੀ ਦੇ ਕਿਨਾਰੇ ਖੜਨਾ ਠੀਕ ਨਹੀਂ ਹੈ, ਛੇਤੀ ਨਾਲ ਪਾਤਸ਼ਾਹ ਆਪ ਚੱਲੋ, ਤੁਸੀਂ ਰੁਕੋ ਨਾ ਇੱਥੇ, ਕਿਉਂਕਿ ਆਪਣੇ ਸਿੰਘ ਬਹੁਤੇ ਸ਼ਹੀਦ ਹੋ ਗਏ ਨੇ, ਸਾਡੀ ਗਿਣਤੀ ਬਹੁਤ ਘਟ ਗਈ ਹੈ, ਦੁਸ਼ਮਣ ਦੀ ਗਿਣਤੀ ਬਹੁਤ ਵੱਡੀ ਹੈ। ਇਸ ਵੇਲੇ ਆਪਣੇ ਕੋਲ ਕੋਈ ਕਿਲਾ ਵਗੈਰਾ, ਕੋਈ ਓਟ ਨਹੀਂ ਹੈ, ਆਪ ਜੀ ਪਾਤਸ਼ਾਹ ਬਚਨ ਮੰਨ ਕੇ ਜਾਣਾ ਹਾਥ ਕੋ ਜੋਰ ਨਿਹੋਰਤ ਹੈ। ਉਸ ਵੇਲੇ ਮਹਾਰਾਜ ਦੇ ਸਿੰਘ ਭਾਈ ਦਇਆ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਇਹ ਸਿੰਘ ਜਿਹੜੇ ਨੇ ਹੱਥ ਜੋੜ ਕੇ ਮਹਾਰਾਜ ਨੂੰ ਵਾਰ-ਵਾਰ ਕਹਿ ਰਹੇ, ਕਹਿਣ ਲੱਗੇ ਪਾਤਸ਼ਾਹ ਆਪ ਚਲੇ ਜਾਓ, ਪਾਤਸ਼ਾਹ ਆਪ ਚਲੇ ਜਾਓ, ਬਚਨ ਮੰਨੋ ਆਪ ਖਾਲਸੇ ਦਾ,
ਵਾਰ-ਵਾਰ ਬੇਨਤੀ ਕਰਦੇ ਹਨ। ਫਿਰ ਦਾਸ ਰਹਿ ਜਿਮ ਬਾਕ ਅਲਾਵੋ। ਬਾਕੀ ਗੱਲ ਇਹ ਹੈ ਮਹਾਰਾਜ ਸਾਹਿਬ ਜੀ, ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਦੁਸ਼ਮਣ ਆ ਰਿਹਾ, ਅਸੀਂ ਇਹਨਾਂ ਨਾਲ ਜੰਗ ਕਰਾਂਗੇ ਅਤੇ ਜਿੰਨਾ ਚਿਰ ਸਾਡੇ ਵਿੱਚ ਪ੍ਰਾਣ ਨੇ ਅਸੀਂ ਉਹਨਾਂ 'ਚ ਲੜਾਂਗੇ, ਸ਼ਹਾਦਤ ਪ੍ਰਾਪਤ ਕਰਾਂਗੇ। ਆਪ ਜੀ ਚਲੇ ਜਾਓ, ਬਾਕੀ ਅੱਗੇ ਹੁਕਮ ਤੁਹਾਡਾ ਹੈ, ਜਿਵੇਂ ਤੁਸੀਂ ਕਹੋਗੇ ਅਸੀਂ ਤਾਂ ਉਸੇ ਤਰ੍ਹਾਂ ਕਰਨ ਵਾਸਤੇ ਤਿਆਰ ਹਾਂ। ਇਸ ਤਰ੍ਹਾਂ ਬੇਨਤੀ ਕਰਦੇ ਹਨ। ਲੱਖੋਂ ਸ਼ਤਰੂ ਚਾਹੇ ਤੁਮਕੋ। ਸਤਿਗੁਰੂ ਪਾਤਸ਼ਾਹ ਜੀ, ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਹੈ ਅਤੇ ਸਾਰਿਆਂ ਦਾ ਨਿਸ਼ਾਨਾ ਤੁਸੀਂ ਹੋ। ਜਿੰਨੀ ਫੌਜ ਆਉਂਦੀ ਪਈ ਹੈ ਨਾ, ਸਾਰਿਆਂ ਦਾ ਨਿਸ਼ਾਨਾ ਗੁਰੂ ਪਾਤਸ਼ਾਹ ਹੀ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਾਂ ਗ੍ਰਿਫਤਾਰ ਕਰਨਾ ਅਤੇ ਜਾਂ ਮਾਰ ਦੇਣਾ ਹੈ। ਇਹ ਸਿੰਘ ਕਹਿੰਦੇ ਕਹਿੰਦੇ ਮਹਾਰਾਜ ਸਾਡੇ ਵਰਗੇ ਦੇ ਸ਼ਹੀਦੀਆਂ ਪਾ ਜਾਣਗੇ ਅਤੇ ਫਿਰ ਹੋਰ ਵੀ ਪੈਦਾ ਹੋ ਜਾਣਗੇ, ਪਰ ਪਾਤਸ਼ਾਹ ਦੁਸ਼ਮਣ ਦਾ ਨਿਸ਼ਾਨਾ ਤੁਸੀਂ ਹੋ। ਅਸੀਂ ਨਹੀਂ ਚਾਹੁੰਦੇ ਵੀ ਕੋਈ ਇਸ ਤਰ੍ਹਾਂ ਦਾ ਕਾਰਜ ਬਣੇ, ਇਸ ਕਰਕੇ ਬੇਨਤੀ ਆਪ ਚਲੇ ਜਾਣਾ ਕਰੋ। ਨਹੀਂ ਬੀਚ ਫਸੋ ਨ ਜੰਗ ਮਚਾਵੋ। ਸਤਿਗੁਰੂ ਪਾਤਸ਼ਾਹ ਕਹਿੰਦੇ ਖਾਲਸਾ ਜੀ, ਸਾਡਾ ਤੇ ਜੰਗ ਕਰਨ ਨੂੰ ਬਹੁਤਾ ਮਨ ਕਰਦਾ ਪਿਆ ਹੈ। ਸੋ ਰਣ ਦੇਖ ਸੂਰੇ ਚਿੱਤ ਉਲਾਸ ਬਾਣੀ ਦਾ ਬਚਨ ਹੈ ਵੀ ਜੰਗ ਵੇਖ ਕੇ ਲਾਲੀਆਂ ਚੜ੍ਹ ਜਾਂਦੀਆਂ, ਖੁਸ਼ੀਆਂ ਆ ਜਾਂਦੀਆਂ ਸੂਰਮਿਆਂ ਨੂੰ। ਉਸ ਵੇਲੇ ਸਿੰਘ ਕਹਿੰਦੇ ਨਹੀਂ ਮਹਾਰਾਜ, ਜੰਗ ਫਿਰ ਅੱਗੇ ਜਾ ਕੇ ਕਿਤੇ ਕਰ ਲਿਓ ਜੇ ਆਪ ਜੀ ਦਾ ਮਨ ਹੈ, ਪਰ ਇਸ ਵੇਲੇ ਜੰਗ ਦੇ ਵਿੱਚ ਫਸਣਾ ਨਹੀਂ ਚਾਹੀਦਾ, ਇਸ ਵੇਲੇ ਜੰਗ ਵਿੱਚੋਂ ਨਿਕਲਣਾ ਹੀ ਚਾਹੀਦਾ। ਇਹ ਆਪ ਜੀ ਬੇਨਤੀ ਮੰਨਣਾ ਕਰੋ। ਪੰਥ ਕਹੈ ਸਭ ਮਾਨੋ ਕਿਉਂ ਨਹਿ। ਸਤਿਗੁਰੂ ਪਾਤਸ਼ਾਹ ਫਿਰ ਕਹਿੰਦੇ ਭਾਈ ਦਇਆ ਸਿੰਘ, ਠੀਕ ਤੁਹਾਡਾ ਬਚਨ ਚੰਗਾ ਹੈ, ਪਰ ਸਾਡੇ ਮਨ ਦੀ ਰੀਝ ਹੈ ਵੀ ਅਸੀਂ ਇੱਥੇ ਰੁਕੀਏ ਅਤੇ ਜੰਗ ਕਰੀਏ, ਰਣ ਤੱਤੇ ਵਿੱਚ ਲੜਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰੀਏ, ਸਾਡਾ ਵਿਚਾਰ ਬਣਿਆ ਹੈ। ਉਸ ਵੇਲੇ ਭਾਈ ਦਇਆ ਸਿੰਘ ਦੇ ਨਾਲ ਸਿੰਘਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ, ਅਸੀਂ ਬੇਨਤੀ ਵੀ ਕਰਦੇ ਪਏ ਹਾਂ, ਆਪ ਜੀ ਖਾਲਸੇ ਦਾ ਬਚਨ ਕਿਉਂ ਨਹੀਂ ਮੰਨਦੇ ਪਏ ਹੋ? ਪੰਥ ਦਾ ਬਚਨ ਤੇ ਮੰਨਣਾ ਚਾਹੀਦਾ। ਚਲੋ ਕੱਲਾ ਦੁਕੱਲਾ ਸਿੰਘ ਕੋਈ ਗੱਲ ਕਵੇ ਤੇ ਹੋ ਸਕਦਾ ਵੀ ਉਹ ਨਹੀਂ ਮੰਨੀ ਜਾ ਸਕਦੀ। ਮਹਾਰਾਜ ਇਸ ਵੇਲੇ ਇਹ ਸਿੰਘ ਤੁਹਾਡਾ ਪੰਥ ਹਨ ਤੇ ਪੰਥ ਦੇ ਰੂਪ ਦੇ ਵਿੱਚ ਅਸੀਂ ਬੇਨਤੀ ਕਰਦੇ ਪਏ। ਪਾਤਸ਼ਾਹ ਮੰਨਦੇ ਕਿਉਂ ਨਹੀਂ ਪਏ ਬਚਨ ਖਾਲਸੇ ਦਾ? ਆਪ ਮੰਨਣਾ ਕਰੋ। ਤੇਜ ਤੁਰੰਗ ਕਰੇ ਚਲ ਜਾਵੋ। ਪਾਤਸ਼ਾਹ ਇਸ ਵੇਲੇ ਆਪਣੇ ਘੋੜੇ ਨੂੰ ਵੱਡੀ ਲਾਓ, ਮਹਾਰਾਜ ਇੱਥੋਂ ਜੰਗ ਵਿੱਚੋਂ ਬਾਹਰ ਨਿਕਲੋ। ਇਹ ਖਾਲਸੇ ਦਾ ਹੁਕਮ ਵੀ ਹੈ ਔਰ ਇਹ ਖਾਲਸੇ ਦੀ ਬੇਨਤੀ ਵੀ ਹੈ। ਪਾਤਸ਼ਾਹ ਪ੍ਰਵਾਨ ਕਰੋ, ਭਾਵੇਂ ਬੇਨਤੀ ਰੂਪ ਦੇ ਵਿੱਚ ਭਾਵੇਂ ਹੁਕਮ ਦੇ ਰੂਪ ਦੇ ਵਿੱਚ। ਪਾਤਸ਼ਾਹ ਇੱਥੋਂ ਜਾਣ ਦੀ ਕਿਰਪਾਲਤਾ ਕਰੋ। ਸ਼੍ਰੀ ਗੁਰ ਸ਼ਰੂ ਵਿਚਾਰਤ ਭੇ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਸਾਰੇ ਬਚਨ ਖਾਲਸੇ ਦੇ ਸੁਣ ਕੇ ਤੇ ਵਿਚਾਰਦੇ ਪਏ ਹਨ। ਇਮ ਨੇਤ ਅਕਾਲ ਪਰਮੇਸ਼ਰ ਕੇਰੀ। ਕੁਝ ਸਮਾਂ ਮਹਾਰਾਜ ਚੁੱਪ ਰਹੇ, ਵਿਚਾਰ ਕੀਤੀ ਹੈ। ਫਿਰ ਵਿਚਾਰ ਕਰਕੇ ਮਹਾਰਾਜ ਨੇ ਬਚਨ ਜਾਣਿਆ ਵੀ ਇਹ ਵੀ ਤੇ ਅਕਾਲ ਪੁਰਖ ਦੀ ਮੌਜ ਹੀ ਹੈ ਨਾ। ਅਕਾਲ ਪੁਰਖ ਖਾਲਸੇ ਦੇ ਵਿੱਚ ਆ ਕੇ ਹੁਕਮ ਕਰਦਾ ਪਿਆ, ਹੁਕਮ ਦੇ ਵਿੱਚ ਹੀ ਇਹ ਸਭ ਕੁਝ ਹੋ ਰਿਹਾ ਹੈ। ਜੇ ਇਹ ਸਿੰਘ ਬਚਨ ਕਰਦੇ ਪਏ, ਇਹ ਵੀ ਤੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਹੈ। ਇਹਨਾਂ ਦਾ ਬਚਨ ਮੰਨਣਾ ਚਾਹੀਦਾ ਹੈ। ਤੋਰ ਤੁਰੰਗਮ ਤੂਰਨਤਾ ਜੁਤ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਆਪਣੇ ਘੋੜੇ ਨੂੰ ਕਹਿਣ ਲੱਗੇ ਤੋਰਿਆ ਹੈ ਉਸ ਵੇਲੇ ਚੱਲਣ ਵਾਸਤੇ। ਰੋਪਰ ਕੋ ਉਲੰਘੇ ਤਿਸ ਬੇਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ ਵੀ ਇਹ ਜਿਹੜੀ ਸਰਸਾ ਨਦੀ ਹੈ ਇਹਨੂੰ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਪਾਰ ਕੀਤਾ ਹੈ। ਨਾਲ ਮਹਾਰਾਜ ਜੀਆਂ ਦੇ ਸਿੰਘ ਨੇ ਭਾਈ ਦਇਆ ਸਿੰਘ ਵਰਗੇ, ਬਾਬਾ ਅਜੀਤ ਸਿੰਘ ਵਰਗੇ, ਬਾਬਾ ਜੁਝਾਰ ਸਿੰਘ ਵਰਗੇ ਐਸੇ ਸੂਰਮਿਆਂ ਨੂੰ ਨਾਲ ਲੈ ਕੇ ਮਹਾਰਾਜ ਨੇ ਆਖਿਆ ਚਲੋ ਭਾਈ ਖਾਲਸਾ ਜੀ, ਜੇ ਤੁਹਾਡਾ ਹੁਕਮ ਹੈ ਤੇ ਅਸੀਂ ਬਚਨ ਮੰਨਦੇ ਹਾਂ। ਇਸ ਤਰ੍ਹਾਂ ਕਹਿ ਕੇ ਮਹਾਰਾਜ ਸਾਹਿਬ ਜੀ ਸਰਸਾ ਨੂੰ ਪਾਰ ਕਰਕੇ ਰੋਪੜ ਦੇ ਵਿੱਚ ਕੋਟਲਾ ਨਿਹੰਗ ਖਾਂ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਹੈ, ਇੱਥੇ ਗੁਰੂ ਪਾਤਸ਼ਾਹ ਨੇ ਪਹਿਲਾਂ ਵੀ ਚਰਨ ਪਾਏ। ਸਤਿਗੁਰੂ ਪਾਤਸ਼ਾਹ ਇਸ ਇਲਾਕੇ ਨੂੰ ਜਾਣਦੇ, ਇੱਕ ਦੋ ਵਾਰੀ ਪਹਿਲਾਂ ਵੀ ਮਹਾਰਾਜ ਸਾਹਿਬ ਜੀ ਇੱਥੇ ਆਏ। ਉਸ ਵੇਲੇ ਬਾਹਰ ਮਜੌਰ ਬੈਠੇ ਸਨ। ਮਹਾਰਾਜ ਨੇ ਪੁੱਛਿਆ ਕੋਈ ਭਾਈ ਜਗ੍ਹਾ ਹੈ? ਸੋ ਸਾਡਾ ਜਿਹੜਾ ਹੈ ਨਿਤਨੇਮ ਦਾ ਸਮਾਂ ਬਣਿਆ ਹੈ ਕਿ ਸਾਨੂੰ ਕੰਘਾ ਵੀ ਕਰਨਾ ਹੈ। ਅਤੇ ਉਹਨਾਂ ਨੇ ਮਜ਼ਾਕ ਦੇ ਨਾਲ ਹੀ ਬਲਦੇ ਹੋਏ ਭੱਠ ਵੱਲ ਹੱਥ ਕਰਕੇ ਭੱਠੇ ਵੱਲ ਆਖਿਆ, ਕਹਿਣ ਲੱਗੇ ਵੀ ਉਹ ਜਗ੍ਹਾ ਬੜੀ ਵਿਹਲੀ ਪਈ ਹੈ, ਉੱਥੇ ਚਲੇ ਜਾਓ। ਜਾਣੀ ਜਾਣ ਸਤਿਗੁਰੂ ਘਟ ਘਟ ਕੇ ਅੰਤਰ ਕੀ ਜਾਣਤ। ਮਹਾਰਾਜ ਜਾਣਦੇ ਵੀ ਇਹਨਾਂ ਨੇ ਮਖੌਲ ਵਾਲਾ ਬਚਨ ਤਰਕ ਵਾਲਾ ਕੀਤਾ ਹੈ। ਸਤਿਗੁਰੂ ਕਹਿਣ ਲੱਗੇ ਚੱਲ ਭਾਈ ਨੀਲਿਆ, ਜੇ ਇਹਨਾਂ ਦੀ ਇਹੋ ਹੀ ਮੌਜ ਹੈ ਤੇ ਫਿਰ ਭੱਠੇ ਦੇ ਉੱਪਰ ਵੀ ਪੌੜ ਲਾਵਾਂਗੇ, ਉਹ ਵੀ ਠੰਡਾ ਹੋ ਜਾਣਾ ਹੈ। ਪਾਤਸ਼ਾਹ ਜੀ ਦਾ ਨੀਲੇ ਘੋੜੇ ਜਦੋਂ ਪੌੜ ਮਾਰਿਆ ਜਾ ਕੇ ਤੇ ਕਹਿਣ ਲੱਗੇ ਉਹ ਬਲਦਾ ਹੋਇਆ ਭੱਠਾ ਉਸ ਵੇਲੇ ਠੰਡਾ ਸੀਤਲ ਹੋ ਗਿਆ। ਸਤਿ ਸ਼੍ਰੀ ਅਕਾਲ। ਬਚਨ ਮਹਾਰਾਜ ਸਾਹਿਬ ਜੀਆਂ ਦਾ ਤਪਤ ਮੈਂ ਠਾਣ ਵਰਤਾਈ ਅੰਧ ਭਇਆ ਦੁੱਖ ਨਾਠੇ ਭਾਈ। ਸਤਿਗੁਰੂ ਐਸੇ ਸਮਰੱਥ ਨੇ ਭਾਈ, ਬਲਦੇ ਹੋਏ ਭੱਠੇ ਮਹਾਰਾਜ ਜੀਆਂ ਦੇ ਘੋੜੇ ਦੇ ਪੌੜ ਦੇ ਨਾਲ ਠੰਡੇ ਹੋ ਜਾਂਦੇ, ਸ਼ਾਂਤ ਹੋ ਜਾਂਦੇ। ਜਦੋਂ ਇਸ ਤਰ੍ਹਾਂ ਵੇਖਿਆ ਉਹਨਾਂ ਮਜੌਰਾਂ ਨੇ ਬੜੇ ਹੈਰਾਨ ਹੋ ਗਏ, ਅਸੀਂ ਤੇ ਮਖੌਲ ਵਾਲਾ ਬਚਨ ਕੀਤਾ ਹੈ ਤੇ ਕੋਈ ਕਰਾਮਾਤੀ ਨੇ।
ਭੱਜ ਕੇ ਜਾ ਕੇ ਉਸ ਵੇਲੇ ਆਪਣੇ ਮਾਲਕ ਨੂੰ ਖਬਰ ਕੀਤੀ ਹੈ ਵੀ ਕਿ ਇਸ ਤਰ੍ਹਾਂ ਦੇ ਬਾਣੇ ਵਾਲਾ ਬਸਤਰਾਂ ਵਾਲਾ ਕੋਈ ਵਿਅਕਤੀ ਆਇਆ, ਘੋੜੇ ਦੇ ਉੱਪਰ ਚੜ੍ਹਿਆ, ਬੜਾ ਤੇਜ਼ ਪ੍ਰਤਾਪ ਹੈ, ਕੁਝ ਨਾਲ ਉਹਦੇ ਸਿੰਘ ਹਨ, ਕੋਈ ਵਿਅਕਤੀ ਨਾਲ ਨੇ, ਉਹਨਾਂ ਦੇ ਘੋੜੇ ਦੇ ਪੈਰ ਦੇ ਨਾਲ ਪੱਠਾ ਠੰਡਾ ਹੋ ਗਿਆ ਹੈ। ਉਸ ਵੇਲੇ ਕੋਟਲੇ ਨਿਹੰਗ ਖਾਨ ਨੇ ਉਸੇ ਵੇਲੇ ਜਾਣਿਆ ਵੀ ਇਹ ਤਾਂ ਗੁਰੂ ਪਾਤਸ਼ਾਹ ਹੀ ਐਸੀ ਮਹਿਮਾ ਕਿਰਪਾ ਕਰ ਸਕਦੇ। ਦੌੜ ਕੇ ਆਇਆ, ਸ਼ਰਨ ਵਿੱਚ ਆ ਕੇ ਮਾफ़ੀ ਮੰਗਦਾ ਪਿਆ, ਸਤਿਗੁਰੂ ਪਾਤਸ਼ਾਹ ਮੇਰੇ ਨੌਕਰਾਂ ਨੇ ਆਪ ਜੀ ਨੂੰ ਪਛਾਣਿਆ ਨਹੀਂ ਹੈ, ਬੜੀ ਭਾਰੀ ਵਗਿਆ ਦਾ ਬਚਨ ਹੋ ਗਿਆ ਹੈ, ਆਪ ਜੀ ਕਿਰਪਾ ਕਰਕੇ ਮਾफ़ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੇਸਾਂ ਨੂੰ ਕੰਘਾ ਕਰਕੇ ਸੋਹਣਾ ਦਸਤਾਰਾ ਮਹਾਰਾਜ ਜੀਆਂ ਨੇ ਸੀਸ ਦੇ ਉੱਪਰ ਸਜਾਇਆ। ਪਾਤਸ਼ਾਹ ਕਹਿਣ ਲੱਗੇ ਅਸੀਂ ਮਗਰ ਸਾਡੇ ਬਹੁਤ ਵੱਡੀ ਗਿਣਤੀ ਵਿੱਚ ਫੌਜ ਲੱਗੀ ਹੋਈ ਹੈ, ਸੋ ਇੱਥੋਂ ਹੁਣ ਅਸੀਂ ਜਿਹੜਾ ਹੈ ਅੱਗੇ ਜਾਣਾ ਹੈ, ਪਰ ਸਾਡੇ ਨਾਲ ਦਾ ਇੱਕ ਸਿੰਘ ਜਿਹੜਾ ਹੈ ਬਹੁਤ ਭਾਰੀ ਫਟੜ ਹੋ ਗਿਆ ਹੈ, ਨਾਮ ਹੈ ਭਾਈ ਬਚਿੱਤਰ ਸਿੰਘ, ਜਿਨ੍ਹਾਂ ਨੇ ਹਾਥੀ ਦੇ ਸਿਰ ਦੇ ਵਿੱਚ ਵਰਸ਼ਾ ਮਾਰ ਕੇ ਹਾਥੀ ਨੂੰ ਮਾਰਿਆ ਹੈ। ਜੰਗ ਦੇ ਵਿੱਚ ਬੜਾ ਭਾਰੀ ਫਟੜ ਹੈ, ਇਸ ਵੇਲੇ ਇਹ ਚੱਲਣ ਤੋਂ ਅਸਮਰੱਥ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਨਾਂ ਦੀ ਆਪਣੇ ਘਰ ਵਿੱਚ ਰੱਖ ਕੇ ਸੇਵਾ ਕਰੋ। ਅੱਗੇ ਪ੍ਰਮਾਤਮਾ ਦੀ ਮੌਜ ਹੈ, ਜੇ ਉਮਰਾਂ ਪ੍ਰਮਾਤਮਾ ਨੇ ਬਖਸ਼ੀ ਤੇ ਇਹ ਫਿਰ ਜਦੋਂ ਠੀਕ ਹੋਣਗੇ ਸਾਡੇ ਕੋਲ ਆ ਜਾਣਗੇ, ਤੇ ਜੇ ਪ੍ਰਮਾਤਮਾ ਦੀ ਕੋਈ ਰਜਾ ਹੋਰ ਹੋਈ ਫਿਰ ਗੁਰਮਤਿ ਅਨੁਸਾਰ ਇਹਨਾਂ ਦੀ ਕਿਰਿਆ ਕਰ ਦਿਓ। ਕਹਿਣ ਲੱਗਾ ਮਹਾਰਾਜ ਸਾਹਿਬ ਜੀ ਠੀਕ, ਆਪ ਜੀ ਦਾ ਹੁਕਮ ਸਿਰ ਮੱਥੇ ਹੈ, ਇਹ ਜ਼ਰੂਰ ਬਾ ਜ਼ਰੂਰ ਮੰਨਿਆ ਜਾਏਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਐਸੀਆਂ ਖੁਸ਼ੀਆਂ ਵਰਤਾ ਕੇ ਇਸ ਕੋਟਲੇ ਨਿਹੰਗ ਖਾਂ ਦੇ ਉੱਪਰ ਐਸੇ ਮਹਾਰਾਜ ਨੇ ਕਾਰਜ ਕਰਕੇ ਇੱਥੋਂ ਫਾਰ ਪਾਤਸ਼ਾਹ ਅੱਗੇ ਚੱਲੇ, ਅਤੇ ਬਹਾਦਰ ਜੋ ਭਾਈ ਬਚਿੱਤਰ ਸਿੰਘ ਹਨ ਉਹਨਾਂ ਨੂੰ ਇੱਥੇ ਹੀ ਛੱਡਿਆ ਗਿਆ। ਮਲਮ ਪੱਟੀ ਦੀ ਸੇਵਾ, ਦਵਾਈ ਬੂਟੀ ਦੀ ਸੇਵਾ ਇਹ ਪਰਿਵਾਰ ਜਿਹੜਾ ਹੈ ਕਰਨ ਲੱਗਾ ਹੈ। ਗੁਰਮੁਖੋ ਇੱਕ ਸਮਾਂ ਐਸਾ ਆਇਆ ਜਦੋਂ ਮੁਗਲਾਂ ਦੀ ਫੌਜ ਆਈ ਨਾ, ਰੋਪੜ ਦੀ ਤਲਾਸ਼ੀ ਕਰਦਿਆਂ ਘਰਾਂ ਘਰਾਂ ਦੀ ਤਲਾਸ਼ੀ ਹੋ ਰਹੀ ਹੈ ਵੀ ਇੱਥੇ ਮਹਾਰਾਜ ਦੇ ਸਿੰਘ ਤੇ ਨਹੀਂ ਕਿਤੇ ਪ੍ਰਾਪਤ ਹੋ ਰਿਹਾ। ਅਤੇ ਚਲਦਿਆਂ ਚਲਦਿਆਂ ਜਦੋਂ ਇਸ ਕੋਟਲੇ ਨਿਹੰਗ ਖਾਂ ਦੇ ਘਰ ਵਿੱਚ ਪਹੁੰਚੇ, ਕਮਰਿਆਂ ਦੀ ਤਲਾਸ਼ੀ ਕੀਤੀ ਹੈ ਅਤੇ ਕਮਰਾ ਬੰਦ ਹੈ। ਉਸ ਵੇਲੇ ਪੁੱਛਿਆ ਫੌਜਦਾਰ ਨੇ ਵੀ ਇਹ ਕਮਰਾ ਬੰਦ ਕਿਉਂ ਹੈ, ਇਹਦੀ ਵੀ ਤਲਾਸ਼ੀ ਕੀਤੀ ਜਾਏਗੀ। ਅਤੇ ਉਸ ਵੇਲੇ ਬਚਨ ਆਖਿਆ ਇਸ ਵਿਅਕਤੀ ਨੇ, ਗੁਰੂ ਘਰ ਦੇ ਸ਼ਰਧਾਲੂ ਨੇ, ਕਹਿਣ ਲੱਗਾ ਇਸ ਘਰ ਦੇ ਇਸ ਕਮਰੇ ਦੇ ਵਿੱਚ ਮੇਰੀ ਧੀ ਅਤੇ ਮੇਰਾ ਜਵਾਈ ਲੰਮੇ ਪਏ ਹੋਏ ਨੇ, ਇਸ ਕਰਕੇ ਇਸ ਕਮਰੇ ਦੀ ਤਲਾਸ਼ੀ ਨਹੀਂ ਤੁਸੀਂ ਕਰ ਸਕਦੇ। ਸੋ ਇਹ ਬਚਨ ਸੁਣ ਕੇ ਉਹ ਜਿਹੜਾ ਫੌਜਦਾਰ ਸੀ ਉਸਨੇ ਆਪਣੇ ਨੌਕਰਾਂ ਨੂੰ, ਸਿਪਾਹੀਆਂ ਨੂੰ ਹੁਕਮ ਕੀਤਾ ਭਾਈ ਵਾਪਸ ਆ ਜਾਓ, ਜੇ ਐਸਾ ਬਚਨ ਹੈ ਤਾਂ ਫਿਰ ਠੀਕ ਹੀ ਹੋਵੇਗਾ। ਸੋ ਉਹ ਜੋ ਬੀਬੀ ਹੈ, ਇਸ ਸਿੱਖ ਜਿਹੜਾ ਮਹਾਰਾਜ ਸਾਹਿਬ ਜੀ ਦਾ ਹੈ, ਜਦੋਂ ਉਹਨੇ ਬਚਨ ਸੁਣਿਆ ਕਿ ਮੇਰੇ ਪਿਤਾ ਨੇ ਇਹ ਬਚਨ ਕਰ ਦਿੱਤਾ ਹੈ, ਤੇ ਫਿਰ ਉਸ ਵੇਲੇ ਉਸਨੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਜਿਹੜਾ ਹੈ ਉਹ ਪਤੀ ਮੰਨ ਲਿਆ ਹੈ ਵੀ ਜੇ ਬਚਨ ਹੋ ਗਿਆ ਤੇ ਉਹੀ ਮੇਰਾ ਪਤੀ ਹੈ। ਦਿਨੇ ਰਾਤ ਬੜੀ ਡਾਢੀ ਸੇਵਾ ਕੀਤੀ ਹੈ ਤਨੋ ਮਨੋ ਹੋ ਕੇ। ਜਿਸ ਵੇਲੇ ਭਾਈ ਬਚਿੱਤਰ ਸਿੰਘ ਜੀ ਦੇ ਬਹੁਤੇ ਜ਼ਖਮ ਲੱਗੇ ਹੋਣ ਕਰਕੇ ਗੁਰਮੁਖੋ, ਸੋ ਉਹਨਾਂ ਦਾ ਸਰੀਰ ਫਿਰ ਇੱਥੇ ਹੀ ਸ਼ਾਂਤ ਹੋ ਗਿਆ, ਇਸੇ ਘਰ ਦੇ ਵਿੱਚ ਹੀ ਉਹ ਆਪਣਾ ਸਰੀਰ ਛੱਡ ਗਏ ਸਨ। ਇਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੋਈ ਹੈ ਭਾਈ ਬਚਿੱਤਰ ਸਿੰਘ ਸਾਹਿਬ ਦੀ। ਸੋ ਉਸ ਵੇਲੇ ਸਮਾਂ ਬਤੀਤ ਹੋਇਆ ਇਸ ਬੀਬੀ ਦਾ ਰਿਸ਼ਤਾ ਕਰਨ ਵਾਸਤੇ। ਜਦੋਂ ਉਹਨਾਂ ਦੇ ਪਿਤਾ ਨੇ ਕੋਈ ਘਰ ਲੱਭਣਾ ਚਾਹਿਆ ਕਿ ਉਸ ਵੇਲੇ ਬੀਬੀ ਨੇ ਮਨਾ ਕਰ ਦਿੱਤਾ ਵੀ ਨਹੀਂ ਪਿਤਾ ਜੀ, ਤੁਸੀਂ ਬਚਨ ਆਖਿਆ ਸੀ ਵੀ ਇਸ ਕਮਰੇ ਵਿੱਚ ਮੇਰੇ ਧੀ ਤੇ ਜਵਾਈ ਆਰਾਮ ਕਰਦੇ ਪਏ, ਤੁਹਾਡਾ ਬਚਨ ਹੁੰਦਿਆਂ ਹੀ ਮੈਂ ਉਸ ਨੂੰ ਆਪਣਾ ਪਤੀ ਮੰਨ ਲਿਆ ਸੀ। ਇਹ ਮੇਰੀ ਕਿਸਮਤ ਹੈ ਵੀ ਉਹਨਾਂ ਦੀ ਉਮਰਾਂ ਪ੍ਰਮਾਤਮਾ ਨੇ ਇੰਨੀ ਲਿਖੀ ਹੈ, ਅਤੇ ਮੈਂ ਹੁਣ ਹੋਰ ਕਿਤੇ ਵਿਆਹ ਨਹੀਂ ਕਰਵਾਉਣਾ ਹੈ। ਇਤਿਹਾਸਕਾਰਾਂ ਦਾ ਬਚਨ ਹੈ ਵੀ ਉਸ ਬੀਬੀ ਦੀ 100 ਸਾਲ ਤੋਂ ਵੱਧ ਉਮਰਾਂ ਸੀ, ਅਤੇ ਉਸ ਤੋਂ ਬਾਅਦ ਵਿੱਚ ਆਨੰਦ ਕਾਰਜ ਵਿਆਹ ਤੇ ਵਗੈਰਾ ਨਹੀਂ ਕਰਾਇਆ, ਨਿਕਾਹ ਵਗੈਰਾ ਨਹੀਂ ਕਰਾਇਆ। ਮੁਸਲਮਾਨ ਹੈ ਬੀਬੀ। ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਮੰਨ ਕੇ ਹਰ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ। ਇਤਿਹਾਸਕਾਰਾਂ ਦਾ ਬਚਨ ਹੈ ਵੀ ਹੱਥ ਵਿੱਚ ਤਸਬੀਹ ਰੱਖਦੇ ਸਨ ਅਤੇ ਕਿਸੇ ਨਾਲ ਬਚਨ ਨਹੀਂ ਸਨ ਕਰਦੇ, ਚੁੱਪ ਰਹਿੰਦੇ ਹਰ ਵੇਲੇ। ਬੜਾ ਲੋੜ ਪੈਣ 'ਤੇ ਥੋੜ੍ਹਾ ਜਿਹਾ ਕਿਤੇ ਬਚਨ ਕਰਨਾ, ਥੋੜ੍ਹਾ ਜਿਹਾ ਭੋਜਨ ਪ੍ਰਸ਼ਾਦਾ ਛਕਣਾ, ਬੜਾ ਥੋੜ੍ਹਾ ਆਰਾਮ ਕਰਨਾ। ਪਰ ਵੇਖਣ ਵਾਲਿਆਂ ਨੇ ਇਹ ਗੱਲ ਕਹੀ ਹੈ ਵੀ ਉਹਨਾਂ ਦੇ ਬੁੱਲ੍ਹ ਹਰ ਵੇਲੇ ਹਿਲਦੇ ਰਹਿੰਦੇ ਸਨ। ਕਹਿਣ ਤੋਂ ਭਾਵ ਵੀ ਹਰ ਵੇਲੇ ਉਹ ਜਾਪ ਕਰਦੇ ਰਹਿੰਦੇ। ਜਦੋਂ ਕਿਸੇ ਨੇ ਨੇੜੇ ਜਾ ਕੇ ਬੜਾ ਧਿਆਨ ਦੇ ਕੇ ਸੁਣਨਾ ਬਚਨ ਵੀ ਇਹ ਕੀ ਕਹਿੰਦੇ ਪਏ, ਅਤੇ ਬਚਨ ਉਹ ਕਰਦੇ ਸਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਜਾਪ ਕਰਦੇ ਸਨ। ਸੋ ਇਸ ਤਰ੍ਹਾਂ ਜਾਪ ਕਰਦਿਆਂ ਇਸ ਬੀਬੀ ਨੇ ਆਪਣੀ ਜਿਹੜੀ ਸਾਰੀ ਉਮਰਾਂ ਹੈ ਬਤੀਤ ਕੀਤੀ ਹੈ। ਜਦੋਂ ਫਿਰ ਉਹ ਸਰੀਰ ਕਰਕੇ ਬਹੁਤੇ ਬਜ਼ੁਰਗ ਹੋ ਗਿਆ ਵੀ ਹੁਣ ਸਰੀਰ ਦੀ ਕਿਰਿਆ ਵੀ ਆਪਣੇ ਆਪ ਨਹੀਂ ਸਨ ਕਰ ਸਕਦੇ, ਉਸ ਵੇਲੇ ਫਿਰ ਉਹਨਾਂ ਦੇ ਰਿਸ਼ਤੇਦਾਰ ਅੱਗੇ ਪੀੜ੍ਹੀ ਦਰ ਪੀੜ੍ਹੀ ਜਿਹੜੇ ਸਨ ਉਹ ਆਪਣੇ ਨਾਲ ਉਹਨਾਂ ਨੂੰ
ਲੈ ਗਏ ਸਨ। ਇਸ ਤਰ੍ਹਾਂ ਦੀ ਸੇਵਾ ਇਸ ਪਰਿਵਾਰ ਦੀ ਹੈ। ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਨੇ ਇਸ ਧਰਤੀ 'ਤੇ, ਜਿਸ ਨੂੰ ਆਪਾਂ ਭੱਠਾ ਸਾਹਿਬ ਕਹਿ ਦਿੰਦੇ ਹਾਂ, ਨੇੜੇ ਹੀ ਉਹ ਸਥਾਨ ਬਣਿਆ ਹੋਇਆ, ਬੀਬੀ ਦਾ ਉੱਥੇ ਯਾਦਗਾਰ ਵੀ ਬਣੀ ਹੋਈ ਹੈ। ਸੰਗਤਾਂ ਜਦੋਂ ਭੱਠਾ ਸਾਹਿਬ ਦੇ ਬਹੁਤੀਆਂ ਸੰਗਤਾਂ ਦਰਸ਼ਨ ਕਰਕੇ ਮੁੜ ਆਉਂਦੀਆਂ, ਪਰ ਉੱਥੋਂ ਥੋੜ੍ਹਾ ਹੀ ਅੱਗੇ ਰੇਲਵੇ ਦਾ ਜਿਹੜੀ ਲਾਈਨ ਹੈ ਪਾਰ ਕਰਕੇ ਉਸ ਸਥਾਨ ਦੇ ਦਰਸ਼ਨ ਵੀ ਕੀਤੇ ਜਾ ਸਕਦੇ, ਜਿੱਥੇ ਇਹ ਸਾਰਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਇਸ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘਾਂ ਦੇ ਨਾਲ ਰੋਪੜ ਤੋਂ ਫਿਰ ਅੱਗੇ ਚਲਦਿਆਂ ਚਲਦਿਆਂ ਮਹਾਰਾਜ ਸਾਹਿਬ ਜੀ ਹੁਣ ਚਮਕੌਰ ਦਾ ਰੁਖ ਮਹਾਰਾਜ ਨੇ ਕਰਨਾ ਹੈ। ਵੈਸੇ ਮਹਾਰਾਜ ਜੀਆਂ ਦਾ ਕੋਈ ਵਿਚਾਰ ਅਜੇ ਚਮਕੌਰ ਜਾਣ ਦਾ ਨਹੀਂ ਹੈ, ਪਰ ਉਹ ਰਸਤੇ ਵਿੱਚ ਇੱਕ ਵਿਧ ਇਹੋ ਜਿਹੀ ਬਣੀ ਹੈ ਵੀ ਜਿਹਦੇ ਕਰਕੇ ਮਹਾਰਾਜ ਨੇ ਫਿਰ ਉੱਧਰ ਨੂੰ ਆਪਣਾ ਰੁਖ ਕੀਤਾ ਹੈ। ਵਿਚਾਰ ਬਖਸ਼ਿਸ਼ ਕਰਦੇ ਹਨ। ਸਿੰਘ ਖਰੇ ਤੈ ਕੇਤਕ ਭੇ ਸਭ। ਉਸ ਵੇਲੇ ਮਹਾਰਾਜ ਸਾਹਿਬ ਜੀ ਜਿਸ ਵੇਲੇ ਆਪਣੇ ਘੋੜੇ 'ਤੇ ਸਵਾਰ ਹੋਏ, ਇੱਥੋਂ ਭੱਠਾ ਸਾਹਿਬ ਤੋਂ ਸਾਰੇ ਬਚਨ ਬਿਲਾਸ ਕਰਕੇ ਭਾਈ ਬਚਿੱਤਰ ਸਿੰਘ ਜੀਆਂ ਨੂੰ ਇੱਥੇ ਛੱਡ ਕੇ ਸਤਿਗੁਰੂ ਫਿਰ ਇੱਥੋਂ ਅੱਗੇ ਚੱਲੇ ਘੋੜੇ 'ਤੇ ਸਵਾਰ ਹੋ ਕੇ। ਨਾਲ ਮਹਾਰਾਜ ਜੀਆਂ ਦੇ ਕੁਝ ਸਿੰਘ ਉਸ ਵੇਲੇ ਖੜੇ ਹੋਏ ਹਨ। ਸ਼ੋਰਤ ਹੈ ਗੁਲਕਾਂ ਬਹੁ ਤੇਰੀ। ਜਦੋਂ ਕੋਈ ਵੈਰੀ ਪਿੱਛੋਂ ਚੜ੍ਹ ਕੇ ਆ ਜਾਂਦਾ ਹੈ ਤੇ ਉਸ ਵੇਲੇ ਫਿਰ ਕਹਿਣ ਲੱਗੇ ਵੀ ਜਦੋਂ ਦੁਸ਼ਮਣ ਨੇੜੇ ਆ ਜਾਂਦਾ ਉਹਦੇ ਉੱਪਰ ਕੁਝ ਗੋਲੀਆਂ ਜਿਹੜੀਆਂ ਹਨ ਉਹ ਚਲਾ ਕੇ ਉਸ ਨੂੰ ਮੋੜਿਆ ਜਾਂਦਾ ਜਾਂ ਮਾਰਿਆ ਜਾਂਦਾ ਹੈ। ਰੋਕਤ ਰੋਕ ਬਿਲੋਕਤ ਹੈ। ਇਸ ਤਰ੍ਹਾਂ ਦੁਸ਼ਮਣ ਨੂੰ ਵੇਖ ਕੇ ਗੋਲੀ ਚਲਾ ਕੇ ਜਾਂ ਤੇ ਰੋਕ ਦਿੰਦੇ ਜਾਂ ਮਾਰ ਦਿੰਦੇ ਜਾਂ ਪਿੱਛੇ ਨੂੰ ਮੁੜਨ ਵਾਸਤੇ ਮਜਬੂਰ ਕਰ ਦਿੰਦੇ ਹਨ। ਨਿਸਬੀਤ ਚਲੀ ਚਲ ਲੱਗ ਹੋਣ ਸਵੇਰੀ। ਗੁਰਮੁਖੋ ਚਲਦਿਆਂ ਚਲਦਿਆਂ ਰਾਤ ਬਤੀਤ ਹੋ ਗਈ ਹੈ, ਹੁਣ ਦਿਨ ਦਾ ਚੜਾਵਾ ਹੋ ਗਿਆ ਹੈ। ਮਹਾਰਾਜ ਸਾਹਿਬ ਜੀ ਇਹ ਸਾਰੇ ਕੌਤਕ ਇੱਥੇ ਰੋਪੜ ਦੀ ਧਰਤੀ 'ਤੇ ਭੱਠਾ ਸਾਹਿਬ ਮਹਾਰਾਜ ਜੀਆਂ ਨੇ ਸਾਰੇ ਕੌਤਕ ਕਰਕੇ ਇੱਥੋਂ ਮਹਾਰਾਜ ਸਾਹਿਬ ਜੀ ਅੱਗੇ ਚੱਲਣਾ ਹੈ। ਇੰਨੇ ਚਿਰ ਨੂੰ ਦਿਨ ਦਾ ਚੜ੍ਹਾ ਹੁੰਦਾ ਪਿਆ ਹੈ। ਸੂਰਮੇ ਸਿੰਘ ਗੁਰੂ ਸੰਗ ਸਾਯੁਧ। ਮਹਾਰਾਜ ਜੀਆਂ ਦੇ ਨਾਲ ਪਾਤਸ਼ਾਹ ਜੀ ਦੇ ਕੁਝ ਸਿੰਘ ਨੇ ਜਿਹੜੇ ਪੂਰੇ ਸ਼ਸਤਰਾਂ ਦੇ ਸਮੇਤ ਹਨ। ਪੰਚਰੋ 30 ਗਏ ਤਿਸ ਕਾਲਾ। 5 ਤੇ 30 35 ਸਿੰਘਾਂ ਦੀ ਗਿਣਤੀ ਲਿਖੀ ਹੈ ਵੀ 35 ਸਿੰਘ ਮਹਾਰਾਜ ਜੀਆਂ ਦੇ ਨਾਲ ਉਸ ਵੇਲੇ ਚੱਲਦੇ ਪਏ। ਜਦੋਂ ਮਹਾਰਾਜ ਸਾਹਿਬ ਜੀ ਰੋਪੜ ਤੋਂ ਅੱਗੇ ਨੂੰ ਰਵਾਨਾ ਹੋਏ ਨਾ, ਉਸ ਵੇਲੇ ਇੰਨੇ ਕੁ ਸਿੰਘ ਮਹਾਰਾਜ ਜੀਆਂ ਦੇ ਨਾਲ ਹਨ। ਔਰ ਫਿਰੇ ਭੱਟ ਸਾਥ ਮਲੇਸ਼ਨ। ਹੋਰ ਜਿਹੜੇ ਸੂਰਮੇ ਸਨ ਉਹ ਮਹਾਰਾਜ ਜੀਆਂ ਦੇ ਦੁਸ਼ਮਣ ਦੇ ਨਾਲ ਜੰਗ ਕਰਦਿਆਂ ਹੋਇਆ ਤੇ ਉਹ ਵੀ ਸ਼ਹਾਦਤਾਂ ਜਿਹੜੇ ਨੇ ਪਾ ਰਹੇ ਨੇ। ਇਹ ਸਿੰਘਾਂ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਵੱਡੇ ਸਾਹਿਬਜ਼ਾਦੇ ਵੀ ਨਾਲ ਨੇ, ਪੰਜਾਂ ਪਿਆਰਿਆਂ ਦੇ ਸਿੰਘ ਵੀ ਮਹਾਰਾਜ ਦੇ ਨਾਲ। ਇਸ ਤਰ੍ਹਾਂ ਇਹ ਸਾਰੇ ਸਿੰਘ ਇਕੱਠੇ ਹੋ ਕੇ ਜਿਹੜੇ ਚੱਲਦੇ ਪਏ। ਕੁਝ ਸਿੰਘ ਜ਼ਖਮੀ ਹੋ ਗਏ ਨੇ, ਕੁਝ ਸਿੰਘ ਉਹ ਨੇ ਜਿਹੜੀ ਮਗਰੋਂ ਫੌਜ ਆਉਂਦੀ ਪਈ ਆ ਉਸ ਦੇ ਨਾਲ ਜੰਗ ਕਰਦੇ, ਤੇ ਕੁਝ ਸਿੰਘ ਰਸਤੇ ਵਿੱਚ ਸ਼ਹੀਦ ਹੋ ਰਹੇ ਹਨ। ਸ਼ੋਰ ਤੁਫੰਗਨ ਕੋਰਣ ਘਾਲਾ। ਕਿਉਂਕਿ ਬਹੁਤੀ ਭੱਜੀ ਆਉਂਦੀ ਫੌਜ ਜਿਹੜੀ ਹੈ ਉਹ ਅੱਗੋਂ ਆ ਕੇ ਸਤਿਗੁਰਾਂ ਨੂੰ ਘੇਰਾ ਨਾ ਪਾਵੇ, ਇਸ ਕਰਕੇ ਉਹਨਾਂ ਨੂੰ ਪਿੱਛੇ ਮੋੜਨ ਵਾਸਤੇ ਜਾਂ ਰੋਕਣ ਵਾਸਤੇ ਜਿੰਨਾ ਕੁ ਕੋਲ ਗੋਲੀ ਸਿੱਕਾ ਹੈ ਉਸ ਦੇ ਮੁਤਾਬਕ ਗੋਲੀ ਚਲਾ ਕੇ ਦੁਸ਼ਮਣ ਨੂੰ ਮੋੜਿਆ ਜਾਂਦਾ ਹੈ। ਔਰ ਹਜ਼ਾਰਾਂ ਨਾਸ਼ ਕਰੇ। ਉਸ ਵੇਲੇ ਕਹਿਣ ਲੱਗੇ ਵੀ ਇਹ ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਪਏ ਨੇ ਮੁਗਲਾਂ ਦੇ ਸਿਪਾਹੀ ਜਿਹੜੇ ਨੇ ਜਾਂ ਪਹਾੜੀ ਰਾਜਿਆਂ ਦੀ ਫੌਜ ਜਿਹੜੀ ਹੈ, ਰਸਤੇ ਵਿੱਚ ਆਉਂਦਿਆਂ ਆਉਂਦਿਆਂ ਵੀ ਗੁਰੂ ਕੇ ਸਿੰਘਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਰ ਕੇ ਨਿਬੇੜ ਦਿੱਤੇ ਹਨ। ਬਹੁ ਲੋਟਤ ਹੈ ਲਗ ਘਾਵ ਕਰਾਲਾ। ਤੇ ਜਦੋਂ ਕੋਈ ਜ਼ਖਮ ਲੱਗਦਾ ਨਾ ਗੁਰਮੁਖੋ ਸਰੀਰ ਨੂੰ, ਜਿੰਨਾ ਚਿਰ ਤੇ ਸਰੀਰ ਨਵਾਂ ਨਰੋਇਆ ਹੈ ਉਹਨਾਂ ਚਿਰ ਤੇ ਠੀਕ ਹੈ, ਪਰ ਜਦੋਂ ਸਰੀਰ ਨੂੰ ਜ਼ਖਮ ਲੱਗ ਜਾਵੇ ਨਾ, ਬੰਦੂਕ ਦੀ ਗੋਲੀ ਚੱਲਦੀ ਹੈ ਜਾਂ ਤੀਰ ਚੱਲਦਾ, ਤੇ ਫਿਰ ਉਹ ਜ਼ਖਮ ਦਾ ਦਰਦ ਬੜਾ ਹੁੰਦਾ ਹੈ ਤੇ ਦਰਦ ਦੇ ਨਾਲ ਫਿਰ ਲੰਮੇ ਪੈ ਕੇ ਧਰਤੀ 'ਤੇ ਲੇਟਣ ਹੀ ਲੱਗ ਪੈਂਦੇ। ਜਦੋਂ ਕਿਤੇ ਗੋਲੀ ਚੱਲਦੀ ਹੈ ਨਾ ਤੇ ਸਰੀਰ ਦਾ ਕੋਈ ਹਿੱਸਾ ਪਾੜ ਜਾਂਦਾ ਜਾਂ ਕੋਈ ਉੱਡ ਜਾਂਦਾ ਹੈ ਬਰੂਦ ਦੇ ਨਾਲ, ਕੋਈ ਮੋਢਾ ਕੋਈ ਗੋਡਾ ਵਗੈਰਾ, ਤੇ ਫਿਰ ਦਰਦ ਇੰਨੀ ਹੈ ਵੀ ਇਹ ਜਿਹੜੇ ਮੁਗਲਾਂ ਦੇ ਸਿਪਾਹੀ ਨੇ ਧਰਤੀ ਦੇ ਉੱਪਰ ਲੇਟਦੇ ਪਏ, ਆਪਣੇ ਟੁੱਟੇ ਹੋਏ ਅੰਗ ਨੂੰ ਫੜ ਕੇ ਹਾਏ ਮਰ ਗਏ ਹਾਏ ਮਰ ਗਏ ਇਸ ਤਰ੍ਹਾਂ ਕਰਾਉਂਦੇ ਪਏ ਨੇ। ਇਸ ਤਰ੍ਹਾਂ ਬੜੀ ਬਿਪਤਾ ਦੇ ਨਾਲ, ਬੜੇ ਦੁੱਖ ਦੇ ਨਾਲ। ਬਾਜ਼ ਮਰੇ ਜੁਤ ਜੀਨ ਪਰੇ। ਸੋ ਕਹਿਣ ਲੱਗੇ ਗੁਰਮੁਖੋ ਘੋੜੇ ਜਿਹੜੇ ਸਮੇਤ ਕਾਠੀਆਂ ਦੇ ਵਿਚਾਰੇ ਰਸਤੇ ਵਿੱਚ ਮਰੇ ਪਏ। ਹੁਣ ਜਦੋਂ ਗੋਲੀ ਚੱਲੇਗੀ, ਗੋਲੀ ਨੇ ਇਹ ਤੇ ਵੇਖਣਾ ਨਹੀਂ ਹੈ ਵੀ ਸਾਹਮਣੇ ਬੰਦਾ ਹੈ ਕਿ ਘੋੜਾ ਹੈ। ਵੈਸੇ ਉਹਨਾਂ ਸਮਿਆਂ ਦੇ ਵਿੱਚ ਇਹ ਅਸੂਲ ਹੋਇਆ ਕਰਦਾ ਸੀ ਕਿ ਜਿਹੜੇ ਸੂਰਮੇ ਜੰਗ ਕਰਦੇ ਸਨ ਉਹ ਜਾਨਵਰ ਦੇ ਉੱਪਰ ਵਾਰ ਨਹੀਂ ਸਨ ਕਰਦੇ ਵੀ ਇੱਕ ਦੂਜੇ ਦੇ ਉੱਪਰ ਹੀ ਵਾਰ ਕਰਨਾ, ਜਾਨਵਰ 'ਤੇ ਨਹੀਂ ਕਰਨਾ। ਜਾਨਵਰ ਦਾ ਕੀ ਕਸੂਰ ਹੈ ਭਾਈ, ਉਹ ਤਾਂ ਜਿਹੜਾ ਉਹਦੇ ਉੱਪਰ ਚੜ੍ਹੇਗਾ ਉਹਨੇ ਤੁਰ ਹੀ ਪੈਣਾ ਹੈ। ਪਰ ਕਈ ਵਾਰੀ ਕੀ ਹੁੰਦਾ ਵੀ ਨਿਸ਼ਾਨਾ 'ਤੇ ਕਿਸੇ ਵਿਅਕਤੀ ਦਾ ਬੰਨ੍ਹਿਆ ਜਾਂਦਾ ਮਾਰਨ ਵਾਸਤੇ, ਅੱਗੇ ਅਚਾਨਕ ਹੀ ਜਾਨਵਰ ਆ ਜਾਵੇ, ਘੋੜਾ ਆ ਜਾਵੇ, ਤੇ ਫਿਰ ਉਹ ਗੋਲੀ ਜਿਹੜੀ ਹੈ ਘੋੜੇ ਨੂੰ ਵੀ ਲੱਗ ਜਾਂਦੀ, ਘੋੜਾ ਵੀ ਮਰ ਜਾਂਦਾ ਹੈ।
ਜਾਂ ਤੀਰ ਕਿਸੇ ਦੁਸ਼ਮਣ ਵੱਲ ਵੇਖ ਕੇ ਚਲਾਇਆ, ਦੌੜ ਕੇ ਅੱਗੇ ਜਾਨਵਰ ਘੋੜਾ ਆ ਜਾਵੇ ਤੇ ਫਿਰ ਘੋੜੇ ਨੂੰ ਵੱਜ ਜਾਂਦਾ, ਵਿਚਾਰਾ ਮਰ ਜਾਂਦਾ ਹੈ। ਕਹਿਣ ਲੱਗੇ ਵੀ ਇਸ ਤਰ੍ਹਾਂ ਜਿਹੜੇ ਘੋੜੇ ਨੇ ਉਹਨਾਂ ਦੇ ਉੱਪਰ ਕਾਠੀਆਂ ਪਾਈਆਂ ਹੋਈਆਂ, ਤੇ ਉਹ ਵਿਚਾਰੇ ਕਾਠੀਆਂ ਦੇ ਸਮੇਤ ਹੀ ਘੋੜੇ ਮਰ ਕੇ ਡਿੱਗੇ ਪਏ ਰਸਤੇ ਵਿੱਚ। ਪਤਾ ਨਹੀਂ ਕਿੰਨੇ ਕੁ ਘੋੜੇ ਵੀ ਵਿਚਾਰੇ ਮਰ ਗਏ, ਕੁਝ ਸਿੰਘਾਂ ਦੇ ਘੋੜੇ ਮਰ ਗਏ, ਕੁਝ ਮੁਗਲਾਂ ਦੇ। ਇਸ ਤਰ੍ਹਾਂ ਗੋਲੀਆਂ ਵੱਜਣ ਦੇ ਨਾਲ, ਤੀਰ ਵੱਜਣ ਦੇ ਨਾਲ ਘੋੜੇ ਵੀ ਜਿਹੜੇ ਉਹ ਮਰੇ ਪਏ ਹਨ। ਕਿਤ ਸ਼ੂਸ਼ ਫਿਰੇ ਅਸਵਾਰਨ ਡਾਲਾ। ਤੇ ਕੁਝ ਘੋੜੇ ਉਹ ਨੇ ਜਿਨ੍ਹਾਂ ਦੇ ਅਸਵਾਰ ਮਰ ਗਏ ਨੇ। ਜਦੋਂ ਅਸਵਾਰ ਮਰ ਗਿਆ, ਘੋੜਾ ਖਾਲੀ ਰਹਿ ਗਿਆ। ਤੇ ਬਿਪਤਾ ਇਹੋ ਜਿਹੀ ਹੈ ਵੀ ਹੁਣ ਇੱਕ ਦੂਜੇ ਦਾ ਘੋੜਾ ਸੰਭਾਲਣਾ ਬੜਾ ਔਖਾ ਹੈ। ਭਾਵੇਂ ਘੋੜੇ ਦਾ ਬੜਾ ਮਹਿੰਗਾ ਮੁੱਲ ਹੈ, ਪਰ ਇਸ ਵੇਲੇ ਬਿਪਤਾ ਹੀ ਇਹੋ ਜਿਹੀ ਹੈ ਵੀ ਆਪਣਾ ਆਪ ਹੀ ਮਸਾ ਸੰਭਾਲਿਆ ਜਾ ਰਿਹਾ ਹੈ। ਜੇ ਮੁਗਲਾਂ ਦੀ ਫੌਜ ਦਾ ਕਿਸੇ ਦਾ ਘੋੜਾ ਮਰ ਜਾਂਦਾ, ਸਵਾਰ ਮਰ ਜਾਂਦਾ ਘੋੜੇ 'ਤੇ ਬੈਠਣ ਵਾਲਾ, ਤੇ ਘੋੜਾ ਇਕੱਲਾ ਹੀ ਇੱਧਰ ਉੱਧਰ ਆਪਣੀ ਮਰਜ਼ੀ ਨਾਲ ਤੁਰਿਆ ਫਿਰਦਾ ਹੈ। ਇਸ ਤਰ੍ਹਾਂ ਕੁਝ ਘੋੜੇ ਆਪਣੇ ਮਾਲਕਾਂ ਤੋਂ ਬਿਨਾਂ, ਆਪਣੇ ਅਸਵਾਰਾਂ ਤੋਂ ਬਿਨਾਂ, ਖਾਲੀ ਇਕੱਲੇ ਹੀ ਜਿਹੜੇ ਨੇ ਉਹ ਤੁਰੇ ਫਿਰਦੇ ਦਿਖਾਈ ਦਿੰਦੇ ਹਨ। ਘੋਰ ਘਮੰਡ ਪ੍ਰਚੰਡ ਪਰਿਓ। ਇਸ ਤਰੀਕੇ ਦੇ ਨਾਲ ਬੜਾ ਭਿਆਨਕ ਜਿਹੜਾ ਜੰਗ ਹੈ ਉਹ ਜੇ ਰਸਤੇ ਵਿੱਚ ਹੁੰਦਾ ਆ ਰਿਹਾ, ਸ਼ਾਂਤੀ ਕੋਈ ਨਹੀਂ ਹੈ। ਰਸਤੇ 'ਤੇ ਚੱਲਦਿਆਂ ਆਉਂਦਿਆਂ ਵੀ ਜੰਗ ਹੁੰਦਾ ਪਿਆ ਹੈ। ਤਨ ਖੰਡ ਹੈ ਖੰਡ ਪਰੇ ਧਰਨੀ। ਤੇ ਕਹਿਣ ਲੱਗੇ ਧਰਤੀ ਦੇ ਉੱਪਰ ਸਰੀਰਾਂ ਦੇ ਟੋਟੇ ਹੀ ਟੋਟੇ ਦਿਖਾਈ ਦਿੰਦੇ ਪਏ। ਜਿੰਨੀ ਧਰਤੀ ਤੋਂ ਇਹ ਜੰਗ ਸ਼ੁਰੂ ਹੋਇਆ ਨਾ, ਸੋ ਉੱਥੋਂ ਲੈ ਕੇ ਇਹ ਰੋਪੜ ਤੱਕ ਜਾਂ ਜਿੱਥੋਂ ਤੱਕ ਮਹਾਰਾਜ ਆਉਂਦੇ ਪਏ, ਸਰੀਰ ਹੀ ਜਿਹੜੇ ਵੱਡੇ ਕੱਟੇ ਨੇ ਉਹ ਦਿਖਾਈ ਦੇ ਰਹੇ ਨੇ। ਸੋ ਕਿਤੇ ਘੋੜੇ ਮਰੇ ਪਏ ਨੇ, ਕਿਤੇ ਸੂਰਮਿਆਂ ਦੇ ਸਰੀਰਾਂ ਦੇ ਅੰਗ ਪਏ ਹੋਏ ਹਨ। ਸਿੰਘ ਕੇ ਹੱਥ ਛੁੱਟੀ ਗੁਲਕਾਂ। ਜਿਹੜੇ ਗੁਰੂ ਪਾਤਸ਼ਾਹ ਦੇ ਸਿੰਘ ਨੇ, ਉਹਨਾਂ ਨੂੰ ਮਹਾਰਾਜ ਸਾਹਿਬ ਜੀਆਂ ਨੇ ਐਸਾ ਨਿਤਨੇਮ ਬਖਸ਼ਿਸ਼ ਕੀਤਾ ਹੈ ਕਿ ਜਦੋਂ ਵੀ ਕੋਈ ਹੱਥ ਵਿੱਚੋਂ ਸ਼ਸਤਰ ਚੱਲਦਾ ਹੈ ਨਾ, ਭਾਵੇਂ ਗੋਲੀ ਚੱਲੇ ਤੇ ਭਾਵੇਂ ਤੀਰ ਚੱਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਐਸੀ ਬਖਸ਼ਿਸ਼ ਕਰਦੇ ਹਨ। ਨਿਫਲੀ ਨਹਿ ਜਾਤ ਗੁਰੂ ਬਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਐਸਾ ਵਰ ਬਖਸ਼ਿਸ਼ ਕੀਤਾ ਆਪਣੇ ਸਿੰਘਾਂ ਨੂੰ ਕਿ ਉਹ ਜਿਹੜੇ ਚੱਲੇ ਹੋਏ ਸ਼ਸਤਰ ਨੇ ਖਾਲੀ ਨਹੀਂ ਜਾਂਦੇ। ਜੇ ਬੰਦੂਕ ਵਿੱਚੋਂ ਗੋਲੀ ਵੀ ਚਲਾਉਂਦੇ ਨੇ, ਐਸੀ ਕਲਾ ਵਰਤਾਉਂਦੇ ਪਏ ਵੀ ਗੋਲੀ ਵੀ ਨਿਸ਼ਾਨੇ 'ਤੇ ਲੱਗਦੀ ਹੈ। ਜੇ ਕੋਈ ਤੀਰ ਚਲਾਉਂਦਾ ਤੇ ਤੀਰ ਵੀ ਜਾ ਕੇ ਨਿਸ਼ਾਨੇ 'ਤੇ ਲੱਗਦਾ। ਭਾਵੇਂ ਅਸਲਾ ਥੋੜ੍ਹਾ ਹੈ, ਸਿੰਘਾਂ ਦੀ ਗਿਣਤੀ ਘੱਟ ਹੈ, ਪਰ ਮਹਾਰਾਜ ਐਸੀ ਕਿਰਪਾ ਕਰਦੇ ਕਿ ਜੇ ਤੀਰ ਜਾਂ ਗੋਲੀ ਚੱਲਦੀ ਹੈ ਉਹ ਨਿਸ਼ਾਨੇ 'ਤੇ ਜਾ ਕੇ ਪੂਰੀ ਬੈਠਦੀ ਹੈ। ਇਸ ਤਰ੍ਹਾਂ ਮਹਾਰਾਜ ਤੁਰੇ ਆਉਂਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਰਸਤੇ 'ਚ ਕੁਝ ਨਗਰ ਨੇ ਜਿਨ੍ਹਾਂ ਦੇ ਵਿੱਚੋਂ ਦੀ ਮਹਾਰਾਜ ਲੰਘਣਗੇ, ਅਤੇ ਪਾਤਸ਼ਾਹ ਨੇ ਇੱਕ ਨਗਰ ਵਿੱਚੋਂ ਜਲ ਵੀ ਛਕਿਆ ਹੈ। ਅੱਜ ਵੀ ਉੱਥੇ ਸਥਾਨ ਬਣਿਆ, ਖੂਹ ਬਣਿਆ ਹੋਇਆ, ਉੱਥੇ ਇਤਿਹਾਸ ਲਿਖਿਆ ਵੀ ਇੱਥੇ ਮਹਾਰਾਜ ਸਾਹਿਬ ਜੀਆਂ ਨੇ ਰੋਕ ਕੇ ਜਲ ਛਕਿਆ ਸੀਗਾ। ਫਿਰ ਚਮਕੌਰ ਸਾਹਿਬ ਨੂੰ ਮਹਾਰਾਜ ਗਏ, ਉਹ ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੂਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਸਾਹਿਬ ਜੀ।